ते गुरु चरणों विच बड़े ही अद्भुत साहब शाम के दीवाना विच आप जी जो बैठे हो सतगुरां की दया दृष्टि नाल सतसंग का सुभाग प्राप्त होया। आओ इस समय में सतगुरां की महिमा नाल जुड़ के सफला बनाइए। कल के दीवाना विच आप जी ने सरवण किया सी। गुरु नानक साहब सच्चे पातशाह जी के कोले सतगुरां दे परम सिख भाई मानसुख शाहूकार दर्शन करना है। चरना विच बेनती की थी, पातशाह मैं संगला दीप जाना चाह रहा, कृपा करके नाम दी दात बख्श दियो। आप जी दे चेते दे विच मैं हर पल गुजारा। गुरु नानक साहब सच्चे पातशाह जी ने प्रसन्न चित होके मनसुख शाहूकार मूल मंत्र का जाप बख्शिश किया। हुक्म किया पहर रात रहिंदियां जागना है, इशनान करना है। इस बाणी नूं शब्द नूं गाउणा है। कड़ा प्रसाद दी देग बना के संगत विच नित वरताउणी है। सबे कारज रास हो गए। सतगुरां तो आग्या लेके भाई मानसुख शाहूकार संगला दीप श्रीलंका नूं चले गए। हुण सतगुरां दे पास रहिंदे सन भाई भगीरथ जी। गुरु साहब जी ने उन्हां नूं भी कोल बुला के आखिया, तुसीं भी घर जाके सिमरन करो, बंदगी करो, भगती करो। जद कदे चित कीता सानूं मिलन आ जाओ। भाई भगीरथ भी सतगुरां तो आग्या लैके अपने नगर मनसियां आ चुके हैं। जगत गुरु गुरु नानक साहब महाराज शमशान भूमि विच एकांत इकल्ले ही रहिंदे हैं। इत्थों तक आप जियां ने पवित्र पावन प्रसंगां नूं सरवण कीता है। आओ कुछ समा मनकित व्यक्तियां नूं एकाग्र चित बनाइए। पाओ प्रेम दी सांझ, बख्शो आसीस, गज वज के आखो जी सतनाम श्री वाहिगुरु साहिब जी। सतनाम श्री वाहिगुरु साहिब जी। नाराज छंद मराल वाहिनी कृपाल। हाथ जोर वंदना। दीन दुनिया दे मालिक गुरु नानक साहिब जिन्हां दी पावन कथा का विख्यान महाकवि भाई संतोख सिंह कर रहे हैं। नानक प्रकाश की दूजी पोथी गुरु कृपा सदका कल शाम के दीवाना में संपूर्ण हुई। अज तीजे भाग का आगाज होया। आरंभता दे विच महाकवि भाई संतोख सिंह सतगुरां दी पावन कथा की महिमा लिख रहे हैं। गुरु की कथा हंस वर्गी है, हंस की सवारी। जिन्हां ने अपनी सुरत नूं गुरु के शब्द नाल जोड़े है, गुरु की कथा नाल जोड़े है,
ਉਹ ਵਿਚਾਰਾਂ ਕਰਕੇ ਉੱਚੇ ਹੋ ਜਾਂਦੇ ਨੇ, ਪਰਮਾਤਮਾ ਦੀ ਮਹਿਮਾ ਦੇ ਨਾਲ ਜੁੜ ਜਾਂਦੇ ਨੇ, ਜਗ ਦੀ ਮਹਿਮਾ ਵਸਾਰ ਦਿੰਦੇ ਨੇ, ਗੁਰੂ ਗੁਰੂ ਜਪਦੇ ਨੇ। ਕਹਿੰਦੇ ਐਸੀ ਪਾਵਨ ਕਥਾ ਗੁਰੂ ਦੀ ਮਹਿਮਾ ਨੂੰ ਸਦਾ ਬੰਦਨਾ ਹੈ। ਕਹੋ ਕਥਾ ਵਿਚਾਰ ਚਾਰ, ਤੀਨ ਤਾਪ ਕੰਦਨਾ। ਇਹ ਉਹ ਪਾਵਨ ਕਥਾ ਵਿਚਾਰ ਹੈ ਜਿਹਨੂੰ ਸੁਣਿਆ ਤੋਂ ਤਿੰਨੇ ਤਾਪ ਆਦਿ ਵਿਆਧੀ ਉਪਾਧੀ ਕੱਟੇ ਜਾਂਦੇ ਨੇ। ਗੁਰੂ ਚਰਨਾਂ ਵਿੱਚ ਇਹ ਅਰਦਾਸ ਹੈ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰਿਓ, ਸੁਣਨ ਵਾਲਿਆਂ ਦੇ ਦੁੱਖ ਰੋਗ ਭਰਮ ਕੱਟ ਦਿਓ, ਤਾਂ ਜੋ ਇਹ ਮਨ ਇਹ ਹਿਰਦਾ ਸ਼ੁੱਧ ਹੋ ਕੇ ਤੇਰੀ ਮਹਿਮਾ ਵਿੱਚ ਜੁੜ ਜਾਵੇ। ਧਿਆਨ ਧਰ ਬਾਰ ਬਾਰ, ਸਾਰਦਾ ਸਰੂਪ ਕੋ। ਇਸ ਕਥਾ ਨੂੰ ਸੁਣਨ ਵਾਲਾ ਕਹਿੰਦੇ ਬਾਰ-ਬਾਰ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਧਿਆਨ ਕਰਦਾ ਹੈ। ਸੁਰਤ ਜਦੋਂ ਇਕਾਗਰ ਹੋ ਜਾਂਦੀ ਹੈ, ਸਜਣ ਨਾਲ ਇੱਕ ਮਿਕ ਹੋ ਜਾਂਦੀ ਹੈ, ਧਿਆਨ ਧਰਦਿਆਂ ਕਹਿੰਦੇ ਪਿਆਰਾ ਉਹਦਾ ਰੂਪ ਬਣ ਜਾਂਦਾ ਹੈ। ਐਸੇ ਗੁਰੂ ਤੇ ਗੁਰੂ ਦੀ ਮਹਿਮਾ ਨੂੰ ਸਦਾ ਹੀ ਨਮਸਕਾਰ ਹੈ। ਇਸ ਪਾਵਨ ਪ੍ਰਸੰਗ ਦੀ ਆਰੰਭਤਾ ਦੇ ਵਿੱਚ ਮਹਾਕਵੀ ਵੱਲੋਂ ਸਾਰ ਦਾ ਨਾਮ ਹੈ ਸਰਸਵਤੀ ਰੂਪ, ਗੁਰੂ ਨਾਨਕ ਦੀ ਇਸ ਪਾਵਨ ਕਥਾ ਦੀ ਸਿਫਤ ਕਰਦੇ। ਜਿਵੇਂ ਕੋਈ ਸੋਹਣਾ ਗਾਉਣ ਵਾਲੇ ਨੂੰ ਕਹਿੰਦੇ ਇਹਦੀ ਜ਼ੁਬਾਨ ਤੇ ਸਰਸਵਤੀ ਦਾ ਵਸ ਹੈ, ਮਿੱਠੀ ਆਵਾਜ਼ ਹੈ। ਕਹਿੰਦੇ ਗੁਰੂ ਨਾਨਕ ਸਾਹਿਬ ਦੀ ਪਾਵਨ ਕਥਾ ਇਹ ਸਮਝ ਲਓ ਸਰਸਵਤੀ ਦਾ ਰੂਪ ਹੈ, ਜਿਹਨੂੰ ਗਾਇਆ ਸੁਣਿਆ ਚਿੱਤ ਦਾ ਉਧਾਰ ਹੁੰਦਾ ਏ। ਉਹ ਜਾਸ ਕੋ ਪ੍ਰਸਾਦ ਪਾਏ, ਸਹਿਮੁਖੀ ਅਨੂਪ ਕੋ। ਜਿਨ੍ਹਾਂ ਗੁਰੂ ਦੀ ਕਿਰਪਾ ਪ੍ਰਾਪਤ ਕੀਤੀ, ਕਹਿੰਦੇ ਉਹ ਗੁਰੂ ਦਾ ਰੂਪ ਹੋ ਗਏ। ਜਿਨ ਹਰ ਜਪਿਆ ਸੇ ਹਰ ਹੋਈ, ਪਰ ਜਪਣਾ ਪੈਂਦਾ। ਜਪਣ ਦਾ ਤਰੀਕਾ, ਜਪਣ ਦੀ ਵਿਚਾਰ ਗੁਰੂ ਦੀ ਕਥਾ ਦੇ ਵਿੱਚ ਉਤਪਤ ਹੋਣੀ। ਮਹਾਕਵੀ ਭਾਈ ਸੰਤੋਖ ਸਿੰਘ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕਰਦੇ ਨੇ, ਮਹਾਰਾਜ ਕਿਰਪਾ ਕਰਿਓ ਤੁਹਾਡੀ ਮਹਿਮਾ ਨੂੰ ਗਾ ਸਕੀਏ। ਇੰਨੇ ਜੋਗੇ ਨਹੀਂ ਆ ਤੇਰੀਆਂ ਸਿਫਤਾਂ ਕਰੀਏ, ਤੇਰੇ ਗੁਣ ਗਾਈਏ, ਪਰ ਕੋਸ਼ਿਸ਼ ਕਰਦੇ ਆ ਜਿਸ ਦੇ ਸਿਰ ਤੇ ਤੂੰ ਹੱਥ ਰੱਖੇ ਉਹ ਗੂੰਗਾ ਵੀ ਬੋਲਣ ਲੱਗ ਪਏ। ਮੂੰਹ ਕੀ ਉਚਰੈ ਸ਼ਾਸਤਰ ਖੱਡ, ਪਿੰਗ ਗਿਰਨ ਚੜ ਜਾਏ, ਅੰਧ ਲਖੈ ਬਦਰੋ ਸੁਣੈ, ਜਬ ਕਾਲ ਕਿਰਪਾ ਕਰਾਏ। ਤੇਰੀ ਕਿਰਪਾ ਨਾਲ ਪਿੰਗਲਾ ਪਹਾੜ ਚੜ ਜਾਂਦਾ ਹੈ। ਜ਼ੁਬਾਨ ਤੋਂ ਗੂੰਗਾ ਬੰਦਾ ਤੇਰੀ ਦਇਆ ਦੇ ਨਾਲ ਵੇਦਾਂ ਕਤੇਬਾਂ ਧਾਰਮਿਕ ਸ਼ਾਸਤਰਾਂ ਦੇ ਅਰਥ ਕਰ ਜਾਂਦਾ ਹੈ। ਅਕਲ ਤੋਂ ਅੰਨਾ ਬੰਦਾ ਤੇਰੀ ਕਿਰਪਾ ਨਾਲ ਗਿਆਨਵਾਨ ਬਣ ਜਾਂਦਾ ਹੈ। ਐ ਸਤਿਗੁਰੂ ਮਿਹਰ ਕਰਿਓ, ਦਇਆ ਕਰਿਓ, ਤਰਸ ਕਰਿਓ, ਤੇਰੇ ਗੁਣ ਗਾ ਸਕੀਏ। ਦੋਹਰਾ ਬਾਕੀ ਸ੍ਰੀ ਗੁਰ ਕੀ ਜਿਤੇ, ਮੂਲੇ ਸਰਤ ਸੁਣ ਸੋਏ। ਸਤਿਗੁਰਾਂ ਦੀ ਪਾਵਨ ਕਥਾ ਨੂੰ ਅੱਗੇ ਲੈ ਕੇ ਜਾ ਰਹੇ ਨੇ ਭਾਈ ਬਾਲਾ ਜੀ, ਕਿਉਂਕਿ ਗੁਰੂ ਨਾਨਕ ਸਾਹਿਬ ਦੀ ਪਾਵਨ ਕਥਾ ਗੁਰੂ ਅੰਗਦ ਦੇ ਪਾਤਸ਼ਾਹ ਨੂੰ ਭਾਈ ਬਾਲਾ ਜੀ ਨੇ ਸੁਣਾਈ ਹੈ ਤੇ ਲਿਖੀ ਉਸ ਵੇਲੇ ਭਾਈ ਪੈੜਾ ਜੀ ਨੇ ਹੈ। ਮਹਾਕਵੀ ਭਾਈ ਸੰਤੋਖ ਸਿੰਘ ਜੀ ਨੇ ਪੁਰਾਤਨ ਸੋਰਸ ਭਾਈ ਬਾਲਾ ਜੀ ਦੀਆਂ ਜਨਮ ਸਾਖੀਆਂ ਜਾਂ ਹੋਰ ਪੁਰਾਤਨ ਗ੍ਰੰਥਾਂ ਨੂੰ ਇਕੱਤਰ ਕਰਕੇ ਸਤਿਗੁਰਾਂ ਦੇ ਚਰਨਾਂ ਦੀ ਆਸੀਸ ਲੈ ਕੇ ਇਸ ਪਾਵਨ ਕਥਾ ਨੂੰ ਰਚਿਆ ਹੈ, ਲਿਖਿਆ ਹੈ। ਭਾਈ ਬਾਲਾ ਜੀ ਕਹਿੰਦੇ ਸੰਗਤ ਜੀ ਆਪ ਜੀ ਨੇ ਪਿੱਛੇ ਸੁਣਿਆ ਸੀ ਗੁਰੂ ਸਾਹਿਬ ਸ਼ਮਸ਼ਾਨ ਭੂਮੀ ਵਿੱਚ ਬੈਠੇ ਆ। ਸਤਿਗੁਰਾਂ ਦੇ ਸਾਥੀ ਭਾਈ ਭਗੀਰਥ ਆਗਿਆ ਲੈ ਕੇ ਆਪਣੇ ਨਗਰ ਚਲੇ ਗਏ। ਭਾਈ ਮਨਸੂਖ ਸ਼ਾਹੂਕਾਰ ਆਪਣੇ ਕੀਤੇ ਲਈ ਵਪਾਰ ਲਈ ਸੰਗਲਾ ਦੀ ਆ ਗਏ। ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਘਰ ਨਹੀਂ ਜਾਂਦੇ। ਗੁਰੂ ਸਾਹਿਬ ਦੀ ਪਾਵਨ ਕਥਾ ਜੋ ਸ਼ਮਸ਼ਾਨਾਂ ਦੀ ਹੈ ਉਹ ਇੱਕ ਪਾਸੇ ਕਰ ਦਿੱਤੀ ਹੈ। ਕਹਿੰਦੇ ਸਤਿਗੁਰਾਂ ਦੇ ਘਰ ਦਾ ਮਾਹੌਲ ਜੈਸਾ ਪਹਿਲਾਂ ਸੀ ਵੈਸਾ ਹੀ ਹੈ। ਸਾਡੇ ਮਾਤਾ ਸੁਲੱਖਣੀ ਜੀ ਬਹੁਤੇ ਖੁਸ਼ ਨਹੀਂ। ਘਰ ਦੇ ਵਿੱਚ ਬੇਸ਼ੱਕ ਦੂਜੇ ਪੁੱਤਰ ਦਾ ਜਨਮ ਹੋਇਆ ਹੈ, ਪਤੀ ਦਾ ਨਾਂ ਆਉਣਾ, ਨਾ ਬੋਲਣਾ, ਨਾ ਕਿਸੇ ਨੂੰ ਬੁਲਾਉਣਾ, ਸੁੱਖ ਦੁੱਖ ਕੋਈ ਨਾ ਕਰਨਾ, ਕਹਿੰਦੇ ਬਹੁਤ ਵੱਡਾ ਦੁੱਖ ਸੀ ਉਹਨਾਂ ਦੀ ਰੂਹ ਵਾਸਤੇ। ਹੁਣ ਆਪਣੀ ਧੀ ਦਾ ਦੁੱਖ ਮੂਲ ਚੰਦ ਤੋਂ ਨਹੀਂ ਸੀ ਵੇਖਿਆ। ਜਦ ਮੂਲ ਚੰਦ ਜੀਆਂ ਨੂੰ ਪਤਾ ਲੱਗਿਆ ਵੀ ਧੀ ਦੇ ਘਰ ਦੇ ਵਿੱਚ ਪੁੱਤਰ ਹੋਇਆ, ਦੋਤੇ ਨੂੰ ਵੇਖਣ ਵਾਸਤੇ ਮਿਲਣ ਵਾਸਤੇ ਆ ਗਏ। ਪਰ ਆ ਕੇ ਖੁਸ਼ੀ ਜਿੱਥੇ ਹੋਈ ਉੱਥੇ ਦੁੱਖ ਬਹੁਤ ਵੱਡਾ ਸੀ। ਦੁੱਖ ਇਸ ਕਰਕੇ
ਵੀ ਜਵਾਈ ਮੇਰਾ ਤੇ ਕਦੇ ਘਰ ਫੇਰੀ ਨਹੀਂ ਪਾਉਂਦਾ। ਸੁਲਤਾਨਪੁਰ ਲੋਧੀ ਨਗਰ ਵਿੱਚ ਆਇਆ ਵੀ ਸਤਿਗੁਰਾਂ ਨੂੰ ਪਿਛਲੇ 7 ਤੋਂ 8 ਮਹੀਨੇ ਹੋ ਗਏ, ਨਹੀਂ ਆਉਂਦੇ ਘਰ। ਛੱਡ ਗਏ ਨੇ ਪਿੰਡ ਦਾ, ਨਗਰ ਦਾ ਖਹਿੜਾ। ਹੁਣ ਗੁਰੂ ਨਾਨਕ ਸਾਹਿਬ ਜੀ ਦਾ ਨਾਂ ਆਉਣਾ ਪਰਿਵਾਰ ਲਈ ਖੁਸ਼ੀ ਨਹੀਂ ਹੈ, ਦੁੱਖ ਦਾ ਕਾਰਨ। ਮੂਲ ਚੰਦ ਜੈ ਰਾਮ ਜੀਆਂ ਨੂੰ ਮਿਲੇ, ਜਿੱਥੇ ਸਾਰੀਆਂ ਗੱਲਾਂ ਹੋਈਆਂ। ਜਦ ਗੁਰੂ ਨਾਨਕ ਸਾਹਿਬ ਦੀ ਗੱਲ ਚੱਲ ਪਈ, ਉਦਾਸ ਹੋ ਗਏ। ਤੇ ਮੂਲ ਚੰਦ ਜੀ ਨੇ ਮਨ ਵਿੱਚ ਫੈਸਲਾ ਕਰ ਲਿਆ ਵੀ ਇੱਦਾਂ ਧੀ ਦਾ ਘਰ ਸੁਖੀ ਨਹੀਂ ਰਹਿਣਾ। ਜੇ ਉਹ ਸ਼ਮਸ਼ਾਨ 'ਚ ਬੈਠੇ ਰਹਿਣਗੇ, ਕਬਰਸਤਾਨਾਂ 'ਚ ਬੈਠੇ ਰਹਿਣਗੇ, ਘਰ ਨਹੀਂ ਚੱਲਣਾ। ਬਦਨਾਮੀ ਹੋ ਰਹੀ ਹੈ, ਰਹਿੰਦੀ ਖੂੰਦੀ ਹੋਰ ਹੋ ਜਾਏਗੀ। ਮੂਲ ਚੰਦ ਜੀ ਨੇ ਅੱਜ ਮਨ ਪੱਕਾ ਕਰ ਲਿਆ ਵੀ ਮੈਂ ਆਪਣੇ ਪਿੰਡ, ਆਪਣੇ ਨਗਰ ਪੱਖੋ ਕੇ ਰੰਧਾਵੇ ਜਾਣਾ ਹੀ ਉਦੋਂ ਹੈ ਜਦ ਮੈਂ ਕੋਈ ਆਰ ਪਾਰ ਕਿਨਾਰਾ ਕਰਨਾ। ਜਾਂ ਤੇ ਰਿਸ਼ਤਾ ਹੀ ਟੁੱਟ ਜੇ, ਮੇਰੀ ਧੀ ਸੁਖੀ ਹੋਵੇ, ਤੇ ਜਾਂ ਫਿਰ ਮੇਰਾ ਜਵਾਈ ਘਰ ਆਵੇ, ਘਰ ਰਹੇ। ਆ ਜਿਹੜੇ ਕਿਰਿਆ ਕਰਮ ਕਰਦਾ ਸ਼ਮਸ਼ਾਨਾਂ 'ਚ ਬਹਿਣ ਵਾਲੇ, ਮਸਤ ਫਕੀਰ ਬਣਨ ਵਾਲੇ ਛੱਡ ਦੇਵੇ। ਜਦੋਂ ਜੈ ਰਾਮ ਜੀ ਨੂੰ ਕਿਹਾ ਤੁਸੀਂ ਸਮਝਾਓ, ਹੱਥ ਜੋੜ ਕੇ ਕਹਿੰਦੇ ਜੀ ਅਸੀਂ ਕੀ ਕਹਿ ਸਕਦੇ ਹਾਂ, ਉਹ ਰੱਬੀ ਨੂਰ ਨੇ ਮਸਤ ਪਾਉਣਾ। ਮੂਲ ਚੰਦ ਕਹਿੰਦੇ ਠੀਕ ਹੈ, ਜੇ ਤੁਸੀਂ ਕੁਛ ਨਹੀਂ ਕਰ ਸਕਦੇ ਫਿਰ ਮੈਂ ਤੇ ਕਰ ਸਕਦਾ ਨਾ। ਕਹਿੰਦੇ ਮਾਲਕੋ ਮਰਜ਼ੀ, ਤੁਹਾਡਾ ਵੀ ਰਿਸ਼ਤੇ ਵਿੱਚ ਬਰਾਬਰ ਦਾ ਹੱਕ ਹੈ, ਬਰਾਬਰ ਦਾ ਯੋਗਦਾਨ ਹੈ। ਜੇ ਤੁਹਾਡੀ ਮੰਨਦੇ ਨੇ ਤੁਸੀਂ ਮਨਾ ਕੇ ਵੇਖ ਲਓ। ਲੈਨ ਹੇਤ ਤਿਨ ਕੀ ਤਬੈ ਗਇਓ ਲੋਭ ਮੈਂ ਹੋਏ। ਪਰ ਮਨ ਦੇ ਵਿੱਚ ਲੋਭ ਜਾਗਿਆ ਹੈ ਮੂਲ ਚੰਦ ਜੀ ਦੀ। ਇਹ ਕਿਉਂ ਜਾਗਿਆ ਜੀ? ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਉਹਨਾਂ ਵੱਲ ਪਿੱਠ ਕਰ ਲਈ। ਲੋਭੀ ਬੰਦੇ ਤੇ ਕਦੇ ਪਰਮਾਤਮਾ ਦੀ ਨਜ਼ਰ ਨਹੀਂ ਹੁੰਦੀ। ਜਦ ਮਨ ਵਿੱਚ ਲੋਭ ਜਾਗਿਆ, ਗੁਰੂ ਨਾਨਕ ਸਾਹਿਬ ਜੀ ਦੀ ਪਿੱਠ ਹੈ, ਕਿਉਂਕਿ ਸਤਿਗੁਰਾਂ ਨੂੰ ਤੇ ਇੰਨਾ ਕੁਝ ਬੋਲ ਕੇ ਆ ਗਏ ਸੀ। ਆਸ ਕਿਹੜੀ ਰੱਖਦੇ ਆ ਵੀ ਸਾਨੂੰ ਪਿਆਰ ਨਾਲ ਬੁਲਾਉਣ। ਬੜਾ ਮੰਦਾ ਚੰਗਾ ਸ਼ਮਸ਼ਾਨ ਭੂਮੀ ਵਿੱਚ ਜਾ ਕੇ ਗੁਰੂ ਸਾਹਿਬ ਨੂੰ ਬੋਲ ਕੇ ਆਏ ਆ, ਪਰ ਗੁਰੂ ਸਾਹਿਬ ਨਹੀਂ ਬੋਲੇ ਜਾਣਦੇ ਸੀ ਪਿਤਾ ਸਮਾਨ ਨੇ। ਮੈਂ ਕਿਉਂ ਮਾੜਾ ਕਹਿੰਦੇ ਆ, ਮੈਂ ਕਿਵੇਂ ਬੁਰਾ ਆਖਦੇ ਆ ਜਾਂ ਅੱਗੇ ਬੋਲਾਂ। ਪਰ ਮੂਲ ਚੰਦ ਜੀ ਘਰ ਆ ਕੇ ਵੀ ਸਤਿਗੁਰਾਂ ਦੇ ਬਾਰੇ ਵੱਧ ਘੱਟ ਬੋਲ ਰਹੇ। ਜੈ ਰਾਮ ਜੀ ਨੂੰ ਕਹਿੰਦੇ ਚਲੋ ਮੇਰੇ ਨਾਲ ਨਵਾਬ ਕੋਲ ਚੱਲੋ। ਉਹ ਕਹਿੰਦੇ ਅਸੀਂ ਕੀ ਜਾ ਸਕਦੇ, ਤੁਸੀਂ ਜਾਓ, ਪੁਕਾਰ ਕਰੋ, ਬੇਨਤੀ ਕਰੋ, ਮੈਂ ਕੀ ਕਹਾਂ ਨਵਾਬ ਨੂੰ ਜਾ ਕੇ। ਨਵਾਬ ਤੇ ਆਪ ਗੁਰੂ ਨਾਨਕ ਸਾਹਿਬ ਦਾ ਦੇਣਦਾਰ ਹੈ। 760 ਰੁਪਏ ਗੁਰੂ ਨਾਨਕ ਸਾਹਿਬ ਜੀ ਨੂੰ ਉਹਨੇ ਦੇਣੇ ਆ। ਤੇ ਜੋ ਹੈ ਦੇਣਦਾਰ, ਉਹਦੇ ਅੱਗੇ ਕਿਹੜੀ ਅਰਦਾਸ ਕੀਤੀ ਜਾ ਸਕਦੀ। ਪਰ ਸਤਿਗੁਰਾਂ ਦੇ ਸਹੁਰਾ ਮੂਲ ਚੰਦ ਇਹਨਾਂ ਗੱਲਾਂ ਨਾਲ ਸੰਤੁਸ਼ਟ ਨਹੀਂ। ਮਹਾਰਾਜ ਛੰਦ ਗਇਓ ਸੋ ਮੂਲ ਚੰਦ ਭੂਲ ਭੇਦ ਨਹੀਂ ਜਾਣੀਏ। ਆਖਰਕਾਰ ਸਤਿਗੁਰਾਂ ਦੇ ਸਹੁਰਾ ਸਾਹਿਬ ਜੀ ਨੇ ਮਨ ਵਿੱਚ ਫੈਸਲਾ ਕਰ ਲਿਆ ਵੀ ਮੈਂ ਹੁਣ ਇਸ ਗੱਲ ਨੂੰ ਇੱਕ ਬੜ ਪੱਤਣ ਲਾ ਦੇਣਾ। ਰਿਸ਼ਤਾ ਟੁੱਟਦਾ ਟੁੱਟ ਜਾਏ ਜਾਂ ਫਿਰ ਸੁਧਰ ਜਾਊਗਾ। ਮਨ ਵਿੱਚ ਲੋਭ ਜਾਗਿਆ, ਲੋਭ ਦਾ ਮੂਲ ਜਾਗਿਆ। ਕਹਿੰਦੇ ਮੂਲ ਚੰਦ ਭੁੱਲ ਗਏ ਨੇ ਗੁਰੂ ਨਾਨਕ ਸਾਹਿਬ ਦੀ ਮਹਿਮਾ। ਜਦੋਂ ਮਨ ਵਿੱਚ ਲਾਲਚ ਆ ਜੇ ਬੰਦਾ ਰੱਬ ਨੂੰ ਭੁੱਲ ਜਾਂਦਾ ਹੈ। ਰੱਬ ਨੂੰ ਵਿਸਾਰਨ ਵਾਲੇ ਦੇ ਅੰਦਰ ਹੀ ਲਾਲਚ ਦੀ ਬਾਈ ਪਾਉਂਦੀ ਹੈ, ਬੀਰ ਪਾਉਂਦੀ। ਗੁਰੂ ਨਾਨਕ ਸਾਹਿਬ ਦੀ ਮਹਿਮਾ ਭੁੱਲ ਗਏ ਮੂਲ ਚੰਦ ਜੀ। ਮਨ ਵਿੱਚ ਖਿਆਲ ਆਇਆ ਵੀ 760 ਗੁਰੂ ਸਾਹਿਬ ਨੇ ਬਕਾਇਆ ਨਹੀਂ, ਕਿਉਂ ਨਾ ਮੈਂ ਲੈ ਆਵਾਂ। ਬਦਲ ਗਿਆ ਨਾ। ਕਹਿੰਦੇ ਇਹ ਸਤਿਗੁਰਾਂ ਨੇ ਆਪ ਹੀ ਪਰਦਾ ਪਾਤਾ ਸੀ। ਗੁਰੂ ਨਾਨਕ ਸਾਹਿਬ ਆਪ ਖੇਡਾਂ ਵਰਤਾ ਰਹੇ ਨੇ, ਬੈਠੇ ਭਾਵੇਂ ਸ਼ਮਸ਼ਾਨ ਦੇ ਵਿੱਚ ਨੇ, ਪਰ ਆਪਣੇ ਸਹੁਰਾ ਸਾਹਿਬ ਦਾ ਚਿੱਤ ਮਰਦ ਨੇ ਮਾਇਆ ਵਾਲੇ ਪਾਸੇ ਲਾਇਆ। ਕਿਉਂ ਲਾਇਆ ਜੀ? ਜੇ ਉਹ ਇਹੋ ਜਿਹੀਆਂ ਖੇਡਾਂ ਵਰਤਾਉਣਗੇ ਤਾਂ ਹੀ ਕਿਸੇ ਦਾ ਭਲਾ ਹੋ। ਇਹਦੇ ਵਿੱਚ ਵੀ ਕੋਈ ਭਲਾ ਸੀ। ਮੂਲ ਚੰਦ ਜੀ ਨੇ ਆਪਣੀ ਧੀ ਦੇ ਕੋਲ ਬਹਿ ਕੇ ਦੁੱਖ ਸੁੱਖ ਕੀਤਾ। ਮਾਤਾ ਸੁਲੱਖਣੀ ਕਹਿੰਦੇ ਪਿਤਾ ਜੀ ਸਾਡੀ ਪੁਕਾਰ ਹੁਣ ਕਿਸੇ ਕੋਲ ਨਹੀਂ ਸੁਣਨੀ। ਜੈ ਰਾਮ ਜੀ ਸਾਡੀ ਨਹੀਂ ਸੁਣਦੇ। ਮੇਰੀ ਨਣਦ ਨਾਨਕੀ, ਉਹਦਾ ਵਸ ਕੋਈ ਨਹੀਂ ਚੱਲਦਾ। ਨਹੀਂ ਮੰਨਦੇ ਗੁਰੂ ਸਾਹਿਬ। ਮੈਂ ਵੀ ਆਖਦੀ ਹਾਂ ਤੁਸੀਂ ਸਮੇਂ ਦੇ ਰਾਜੇ ਕੋਲ ਪੇਸ਼ ਹੋ, ਜਾ ਕੇ ਸ਼ਿਕਾਇਤ ਕਰੋ। ਕਾਰ ਕੈ ਨਿਬਾਬ ਪਾਸ ਬੈਨ ਜੋ ਬਖਾਨੀਐ। ਹੁਣ ਜਿਸ ਵੇਲੇ ਸ਼ਰਤਾਂ ਤੋਂ ਹੀਣੇ ਹੋ ਗਏ, ਖਾਲੀ ਹੋ ਗਏ, ਸਤਿਗੁਰਾਂ ਦੇ ਸਹੁਰਾ ਸਾਹਿਬ ਚੱਲ ਕੇ ਨਵਾਬ ਦੀ ਕਚਹਿਰੀ 'ਚ ਆ ਗਏ ਜੀ। ਜਦ ਕਚਹਿਰੀ ਲੱਗੀ ਇਹ ਭੁੱਲ ਗਏ
ਵੀ ਇੱਥੇ ਉਹ ਲੋਕ ਬੈਠੇ ਨੇ ਜੋ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਨੀਚਾ ਵਿਖਾਉਣ ਵਾਸਤੇ ਹਰ ਵੇਲੇ ਪੱਬਾਂ ਭਾਰ ਰਹਿੰਦੇ ਆ। ਉਹਨਾਂ ਦਾ ਜਾਣਾ ਸਤਿਗੁਰਾਂ ਦੇ ਸਹੁਰਾ ਸਾਹਿਬ ਦਾ ਸਭਾ ਵਿੱਚ ਆ ਕੇ ਬੇਨਤੀ ਕਰਨਾ ਗੁਰੂ ਸਾਹਿਬ ਦੇ ਹੱਕ 'ਚ ਨਹੀਂ ਹੈ। ਵੇਖਿਆ ਜਾਵੇ ਸੰਸਾਰੀ ਤੌਰ ਤੇ ਇੱਕ ਕਦਮ ਠੀਕ ਨਹੀਂ। ਸਭਾ ਦੇ ਵਿੱਚ ਆਏ ਉੱਚੀ ਉੱਚੀ ਰੋਣ ਲੱਗ ਪਏ, ਐ ਨਵਾਬ ਤੂੰ ਸਭ ਦਾ ਮਾਂ-ਬਾਪ ਹੈ, ਤੇਰੇ ਦਰਬਾਰ ਵਿੱਚ ਲੋਕੀ ਇਨਸਾਫ ਲੈਣ ਆਉਂਦੇ ਆ, ਜੇ ਤੂੰ ਮੈਨੂੰ ਇਨਸਾਫ ਹੀ ਨਾ ਦਿੱਤਾ ਤੇ ਕੀ ਫਾਇਦਾ ਇਸ ਰਾਜ ਤਖਤ ਤੇ ਬੈਠੇ। ਸਮੇਂ ਦੇ ਨਵਾਬ ਨੇ ਪਛਾਣਿਆ ਹੀ ਨਾ, ਕਿਉਂਕਿ ਦੂਰ ਪਾਰ ਦੀ ਰਿਸ਼ਤੇਦਾਰੀ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਸਹੁਰਾ ਸਾਹਿਬ ਨੇ, ਆਉਂਦੇ ਆ ਘਰੇ ਆਉਂਦੇ। ਨਵਾਬ ਤੇ ਇੱਕ ਵਾਰ ਗਿਆ ਬਰਾਤ ਵਿੱਚ, ਮੁੜ ਕੇ ਮਿਲੇ ਹੀ ਕਦੇ। ਹੁਣ ਭਰੇ ਦਰਬਾਰ 'ਚ ਰਾਜੇ ਮਹਾਰਾਜਿਆਂ ਕੋਲ ਦੁਨੀਆ ਆਉਂਦੀ ਹੈ, ਕੋਈ ਪਛਾਣ ਨਹੀਂ। ਭਰੇ ਦਰਬਾਰ ਵਿੱਚ ਆ ਕੇ ਉੱਚੀ ਉੱਚੀ ਰੋਣ ਲੱਗ ਪਏ, ਦੁਖੀ ਬੜੇ ਆ, ਆਪਣੇ ਦੁੱਖ ਦੱਸਦੇ ਨੇ। ਨਿਆਏ ਮੋਰ ਕੀਜੀਏ ਸੁਭਾਵ ਜਾਣ ਆਪਣੋ। ਉੱਚੀ ਉੱਚੀ ਕਹਿਣ ਲੱਗੇ, ਰਾਜਨ ਇਨਸਾਫ ਕਰ, ਮੇਰੇ ਨਾਲ ਗਰੀਬ ਨਾਲ ਨਿਆਏ ਕਰ। ਜੇ ਮੈਨੂੰ ਤੇਰੇ ਦਰ ਤੋਂ ਨਿਆਂ ਨਾ ਮਿਲਿਆ ਮੈਂ ਇੱਥੇ ਹੀ ਮਰ ਜਾਣਾ। ਦੁਖੀ ਬੜਾ ਮੈਂ, ਦੁਖੀ ਬੰਦਾ ਹੀ ਜਾਂਦਾ ਕੋਰਟ ਕਚਹਿਰੀ, ਸੁਖੀ ਥੋੜਾ ਜਾਂਦਾ। ਜਦ ਨਵਾਬ ਦੇ ਸਾਹਮਣੇ ਆ ਕੇ ਰੋਣ ਲੱਗੇ, ਉੱਚੀ ਉੱਚੀ ਬੋਲਣ ਲੱਗੇ ਨੇ, ਦੁੱਖ ਦੱਸਣ ਲੱਗੇ ਆ, ਕਹਿੰਦੇ ਸਾਰੀ ਸਭਾ ਦਾ ਧਿਆਨ ਇਹਨਾਂ ਤੇ ਆ ਗਿਆ। ਇਹਨਾਂ ਦੀ ਆਪਣਾ ਦੁੱਖ ਨਹੀਂ ਦੱਸਿਆ, ਭੂਮਿਕਾ ਦੱਸ ਰਹੇ ਆ। ਪੁਰਾਣੇ ਜਿਹੜੇ ਲੋਕ ਹੁੰਦੇ ਸੀ ਨਾ, ਗੱਲ ਕਰਨ ਤੋਂ ਪਹਿਲਾਂ ਗੱਲ ਦੀ ਭੂਮਿਕਾ ਬਣਾਉਂਦੇ ਸੀ, ਤਾਂ ਜੋ ਨਾ ਕਰਨ ਵਾਲਾ ਵੀ ਚਾਹ ਕੇ ਨਾ ਕਰੇ, ਹਾਂ ਕਰ ਬੈਠੇ। ਨਵਾਬ ਨੂੰ ਕਹਿੰਦੇ ਤੂੰ ਇਨਸਾਫ ਦੀ ਜ਼ਰੂਰਤ ਹੈ, ਤੇਰੇ ਦਰ ਤੇ ਇਨਸਾਫ ਮਿਲਦਾ, ਤੂੰ ਰਾਜਾ ਹੈ, ਹਰ ਬੰਦਾ ਤੇਰੇ ਤੇ ਉਮੀਦ ਰੱਖਦਾ ਏ। ਨੀਤ ਭੂਪ ਕਨਿਤ ਨਾ ਜੰਤ ਭੂਪ ਪਾਪਨੋ। ਐ ਰਾਜਨ, ਜੇ ਤੇਰੇ ਦਰ ਤੋਂ ਇਨਸਾਫ ਨਾ ਮਿਲਿਆ ਤੈਨੂੰ ਰਾਜਾ ਕੌਣ ਕਹੂ? ਤੇਰਾ ਰਾਜਾ ਬਣਨ ਦਾ ਫਾਇਦਾ ਕੀ ਹੈ? ਨਵਾਬ ਬੜਾ ਹੈਰਾਨ ਪਰੇਸ਼ਾਨ, ਵੀ ਇਸ ਵਿਅਕਤੀ ਨੂੰ ਪਹਿਲਾਂ ਕਦੇ ਵੇਖਿਆ ਨਹੀਂ, ਦੁਖੀ ਜ਼ਿਆਦਾ ਲੱਗਦਾ, ਕੋਈ ਬਹੁਤ ਵੱਡਾ ਦੁੱਖ ਹੋਊਗਾ। ਕਹਿੰਦੇ ਨਵਾਬ ਸਾਹਿਬ, ਜੇ ਤੇਰੇ ਦਰ ਤੋਂ ਵੀ ਠੋਕਰ ਵੱਜੀ ਫਿਰ ਸਮਝ ਲਾ ਵੀ ਸਾਨੂੰ ਇਨਸਾਫ ਨਹੀਂ ਕਿਤੋਂ ਮਿਲਣਾ। ਸਾਡੀ ਪੁਕਾਰ ਤੇਰੇ ਬਿਨਾਂ ਕਿਸੇ ਨੇ ਸੁਣਨੀ ਨਹੀਂ। ਆੜਿਲ ਸੁਣ ਕਰ ਸਰਵ ਨਵਾਬ ਭਨੈ ਤੂੰ ਕੌਣ ਹੈ। ਭਰੇ ਦਰਬਾਰ ਵਿੱਚ ਨਵਾਬ ਆਖਣ ਲੱਗਿਆ, ਕਹਿੰਦਾ ਜੀ ਤੁਸੀਂ ਕੌਣ ਹੋ? ਮੂਲ ਚੰਦ ਜੀ, ਸਤਿਗੁਰਾਂ ਦੇ ਪਿਤਾ ਜੀ ਕਹਿ ਲਓ, ਸਹੁਰਾ ਸਾਹਿਬ ਤੇ ਪਿਤਾ ਦੇ ਵਿੱਚ ਕੋਈ ਅੰਤਰ ਨਹੀਂ ਹੁੰਦਾ। ਕਹਿੰਦੇ ਤੁਸੀਂ ਕੌਣ ਹੋ? ਮੂਲ ਚੰਦ ਰੋਣ ਲੱਗ ਪਏ, ਅੱਖਾਂ 'ਚੋਂ ਅਥਰੂ ਆ ਰਹੇ ਨੇ। ਸੱਚੀ ਜੇ ਵੇਖਿਆ ਜਾਵੇ ਤਾਂ ਨਿਆਵੀ ਤੌਰ ਤੇ ਦੁਖੀ ਬਹੁਤ ਨੇ ਉਹ। ਅੱਜ ਦੇ ਸਮੇਂ ਕਿਸੇ ਦਾ ਜਵਾਈ ਸ਼ਮਸ਼ਾਨ 'ਚ ਬੈਠਾ ਹੋਵੇ, ਆਹੀ ਹਾਲ ਹੋਣ, 7-8 ਮਹੀਨੇ ਘਰ ਨਾ ਆਵੇ, ਖਾਵੇ ਨਾ ਪੀਵੇ ਨਾ ਪੁੱਛੇ ਨਾ ਗਿਣੇ ਨਾ ਘਰੇ ਬੱਚੇ ਦਾ ਜਨਮ, ਤਾਂ ਵੀ ਕੋਈ ਖੁਸ਼ੀ ਨਹੀਂ। ਦੱਸੋ ਜੀ ਪਰਿਵਾਰ ਕਿੰਨਾ ਕੁ ਖੁਸ਼ ਹੋਏਗਾ? ਇਹ ਦੁਨਿਆਵੀ ਤੌਰ ਤੇ ਪਰਿਵਾਰ ਦੁਖੀ ਹੈ, ਦੁਨਿਆਵੀ ਦੁੱਖ ਹੈ ਇਹ। ਮੂਲ ਚੰਦ ਰੋਏ, ਅੱਖਾਂ ਭਰੀਆਂ। ਨਵਾਬ ਨੇ ਫੇਰ ਆਖਿਆ, ਕਹਿੰਦਾ ਤੁਸੀਂ ਮੈਨੂੰ ਦੱਸੋ ਤੇ ਸਹੀ ਕੌਣ ਹੋ? ਮੈਂ ਤਾਂ ਹੀ ਤੁਹਾਡਾ ਦੁੱਖ ਸੁਣਾਂਗਾ ਨਾ, ਮੈਨੂੰ ਪਤਾ ਹੋਵੇ ਤੁਸੀਂ ਕੌਣ ਤੇ ਕੀ ਤੋਂ ਦੁਖੀ ਹੋ। ਪਰ ਮੂਲ ਚੰਦ ਇੱਕੋ ਹੀ ਕਹਿੰਦੇ ਨੇ, ਮੇਰੇ ਵਰਗਾ ਦੁਖੀ ਜਗ ਦੇ ਕੋਈ ਹੋਰ ਨਹੀਂ। ਇਸ ਪਰ ਕਲਤ ਪੁਕਾਰ ਨਾਮ ਕਹੋ ਜੋਨ ਹੈ। ਪਰ ਉਸ ਵੇਲੇ ਨਵਾਬ ਸਾਹਿਬ ਫੇਰ ਆਖਦੇ ਆ, ਕਹਿੰਦੇ ਪੁਕਾਰ ਕਰਦੇ ਹੋ, ਤੁਹਾਡਾ ਹੱਕ ਹੈ ਬੇਨਤੀ ਕਰਨਾ, ਦੁੱਖ ਦੱਸਣਾ, ਪਰ ਮੈਨੂੰ ਇਹ ਤੇ ਪਤਾ ਲੱਗੇ ਤੁਸੀਂ ਰਹਿਣ ਵਾਲੇ ਕਿੱਥੋਂ ਦੇ ਹੋ, ਕਿਉਂ ਆਏ ਹੋ, ਤੁਹਾਨੂੰ ਦੁਖੀ ਕੀਤਾ ਕਿਹਨੇ ਹੈ? ਕੋਈ ਤੇ ਗੱਲ ਹੋਣੀ ਨਾ। ਉਹ ਕਹਿੰਦੇ ਨਵਾਬ ਸਾਹਿਬ ਮੈਂ ਤੈਨੂੰ ਦੁੱਖ ਦੱਸਾਂ ਕੀ, ਮੈਂ ਤੇ ਹਰ ਪਾਸੇ ਤੋਂ ਦੁਖੀ ਹਾਂ। ਮੈਨੂੰ ਇੱਦਾਂ ਲੱਗਦਾ ਵੀ ਤੇਰੇ ਕੋਲ ਕਿਤੇ ਨਾ ਕਿਤੇ ਦੁੱਖ ਦੱਸਿਆ ਮੇਰੇ ਜ਼ਖਮਾਂ ਨੂੰ ਮੱਲਮ ਲੱਗੇ, ਤੁਸੀਂ ਕਰ ਸਕਦੇ। ਮੂਲ ਚੰਦ ਇੱਥੇ ਕਿਉਂ ਆਏ ਨਹੀਂ ਜੀ? ਆਉਣ ਦਾ ਰੀਜ਼ਨ ਪਤਾ ਕੀ ਹੈ? ਉਹ ਜਾਣਦੇ ਆ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਮੋਦੀ ਖਾਨੇ ਦੀ ਕਾਰ ਕਰਦੇ ਸੀ ਤੇ ਮੋਦੀ ਖਾਨਾ ਸੀ ਨਵਾਬ ਸਾਹਿਬ ਦਾ। ਤੇ ਜੇ ਨਵਾਬ ਸਾਹਿਬ ਗੁਰੂ ਸਾਹਿਬ ਤੇ ਪ੍ਰੈਸ਼ਰ ਪਾਉਣ ਕੋਈ ਦਰਿਆਵੀ ਪੱਧਰ ਤੇ ਸਮਝਾਉਣ ਸਤਿਗੁਰਾਂ ਨੂੰ, ਹੋ ਸਕਦਾ ਸਤਿਗੁਰ ਮੰਨ ਲੈਣ, ਕਿਉਂਕਿ ਮਹਾਰਾਜ ਹਮੇਸ਼ਾ ਨਵਾਬ ਦੀ ਮੰਨਦੇ ਰਹੇ ਆ, ਅਦਬ ਕਰਦੇ ਰਹੇ ਆ ਵੀ ਸਾਡੇ ਪਿੰਡ ਦਾ ਸ਼ਹਿਰ ਦਾ ਰਾਜਾ ਹੈ, ਇਹਨੇ ਸਾਨੂੰ ਕੰਮਕਾਰ ਦਿੱਤਾ ਹੋਇਆ, ਸਤਿਕਾਰ ਕਰਦੇ ਸੀ। ਤੇ ਮੂਲ ਚੰਦ ਸੋਚ ਕੇ ਆਏ ਸੀ ਵੀ ਚੱਲ ਜੇ ਨਹੀਂ ਮੰਨਣਗੇ
कम से कम एक पासे ते लाओगे। रोज रोज का दुख ते साडा कटिया जाऊ। कहते गुरु नानक साहब को चेते करके सौरा साहब रोए, अजे ना नहीं बोले। नवाब नूं हमदर्दी होई, बड़ी हमदर्दी दे नाल कोल बुला के पुछदे ने, ਇਹ ਦੁਖ ਦੀਨੋ ਤੋਹੇ ਸੋ ਭੇਵ ਪਨੀਜੀਏ। पर नवाब दे सामने जदों उच्ची उच्ची घुब्बा मार के रोन लगे, नवाब दा मन तुरठ गया। कहंदे तुहानूं दुख दिता की नहीं है, ਇਹ ਵੀ ਛੱਡੋ, ਤੁਸੀਂ ਕੌਣ ਹੋ, ਛੱਡ ਦਿਓ ਇਹ ਗੱਲਾਂ, ਇਹ ਦੱਸੋ ਤੁਹਾਡਾ ਦੁੱਖ ਕੀ ਹੈ। ਜਦ ਕੋਈ ਇਨਸਾਨ ਦੁਖੀ ਹੁੰਦਾ ਨਾ, ਜੇ ਕੋਈ ਉਹਨੂੰ ਪੁੱਛਣ ਲੱਗ ਜੇ ਤੇਰੀ ਜਾਤ ਕੀ ਹੈ, ਤੇਰਾ ਗੋਤ ਕੀ ਹੈ, ਤੇਰਾ ਪਿੰਡ ਕਿਹੜਾ ਹੈ, ਉਹ ਮਿੱਤਰ ਨਹੀਂ ਹੈ, ਦੁਸ਼ਮਣ ਹੈ। ਦੁੱਖ ਸਮੇਂ ਸਿਰਫ ਦੁਆ ਚਾਹੀਦੀ ਹੈ, ਦੁਆ ਚਾਹੀਦੀ। ਜਾਤ ਪਾਤ ਨਹੀਂ ਪੁੱਛੀ ਜਾਂਦੀ, ਧਰਮ ਨਹੀਂ ਪੁੱਛਿਆ ਜਾਂਦਾ। ਜਦ ਜਦ ਦੁਨੀਆ ਤੇ ਦੁੱਖ ਰੋਗ ਕਿਸੇ ਇਨਸਾਨ ਤੇ ਆਵੇ, ਗੁਰੂ ਨਾਨਕ ਸਾਹਿਬ ਦਾ ਇਹ ਧਰਮ, ਇਹ ਫਲਸਫਾ, ਕਿਸੇ ਦੀ ਜਾਤ, ਕਿਸੇ ਦਾ ਧਰਮ, ਕਿਸੇ ਦਾ ਗੋਤ, ਕਿਸੇ ਦਾ ਮਜ਼ਹਬ, ਕਿਸੇ ਦਾ ਪਿੰਡ, ਕਿਸੇ ਦਾ ਸ਼ਹਿਰ, ਕਿਸੇ ਦੀ ਗਰੀਬੀ ਅਮੀਰੀ ਨਹੀਂ ਵੇਖਦਾ। ਤੇ ਸਮੇਂ ਦਾ ਨਵਾਬ ਜੋ ਇਨਸਾਫ ਦੀ ਕੁਰਸੀ ਤੇ ਬੈਠਾ, ਉਹ ਕਹਿੰਦਾ ਤੁਹਾਨੂੰ ਦੁੱਖ ਕਿਹਨੇ ਦਿੱਤਾ ਹੈ, ਤੁਹਾਡੀ ਇਹ ਹਾਲਤ ਕਿਸ ਨੇ ਬਣਾਈ ਹੋਈ ਹੈ। ਓਂਕਾਰ ਹੋ ਨਿਆਏ ਤੁਮਾਰ ਬਿਰਥਾ ਕਹਿ ਦੀਜੀਏ। ਜਦੋਂ ਨਵਾਬ ਨੇ 2 ਵਾਰ ਤਰਸ ਕਰਕੇ ਕਿਹਾ ਨਾ ਮੂਲ ਚੰਦ ਜੀ ਨੂੰ, ਦੱਸੋ ਮੈਨੂੰ, ਨਹੀਂ ਬੋਲੇ। ਹੁਣ ਨਵਾਬ ਨੂੰ ਆਪ ਕਹਿਣਾ ਪਿਆ, ਕਹਿੰਦਾ ਮੈਂ ਇਨਸਾਫ ਕਰਾਂਗਾ। ਇਹੀ ਸੁਣਨਾ ਚਾਹੁੰਦੇ ਸੀ, ਸ਼ੋਰਟੀ ਚਾਹੀਦੀ ਸੀ। ਇਹ ਨਾ ਹੋਵੇ ਮੈਂ ਦੁੱਖ ਦੱਸਾਂ ਆਪਣਾ, ਕਹਿਣ ਮੇਰੇ ਵੱਸ ਦਾ ਹੀ ਕੰਮ ਨਹੀਂ, ਮੈਂ ਕੀ ਕਰ ਸਕਦਾ। ਦੁਨੀਆ ਦਾ ਕੰਮ ਇੱਦਾਂ ਹੀ ਹੈ, ਤੁਸੀਂ ਦੁਖੀ ਹੋਵੋਗੇ, ਲੋਕੀ ਪਹਿਲਾਂ ਤੁਹਾਨੂੰ ਮਜਬੂਰ ਕਰਨਗੇ ਦੁੱਖ ਦੱਸਣ ਵਾਸਤੇ। ਜੇ ਦੱਸੋਗੇ ਫਿਰ ਕਹਿਣਗੇ ਲੈ ਹੁਣ ਅਸੀਂ ਕੀ ਕਰ ਸਕਦੇ ਹਾਂ, ਸਾਡੇ ਤੇ ਵੱਸ ਤੋਂ ਬਾਹਰ ਹੈ। ਜੇ ਵੱਸ ਤੋਂ ਬਾਹਰ ਫਿਰ ਪੁੱਛਦਾ ਵੀ ਕਿਉਂ ਹੈ, ਵਕਤ ਬਰਬਾਦ ਵੀ ਕਿਉਂ ਕਰਦਾ ਹੈ। ਮੂਲ ਚੰਦ ਇਸੇ ਕਰਕੇ ਰੋ ਰਹੇ ਸੀ ਵੀ ਜੇ ਤੇ ਆਪ ਕਹੂ ਆਪਣੇ ਮੂੰਹ ਤੋਂ ਮੈਂ ਇਨਸਾਫ ਦਿਆਂਗਾ, ਫਿਰ ਤੇ ਫਾਇਦਾ ਨਹੀਂ। ਨਵਾਬ ਸਾਹਿਬ ਕਹਿੰਦੇ ਤੈਨੂੰ ਇੱਥੋਂ ਹੱਸਦਾ ਭੇਜਾਂਗਾ, ਤੁਸੀਂ ਰੋਂਦੇ ਨਹੀਂ ਜਾਓ। ਮੇਰਾ ਤੁਹਾਡੇ ਨਾਲ ਵਾਅਦਾ ਹੈ, ਨਾਨਕ ਮੋਤੀ ਤੋਰ ਸਸਰ ਤਹਿ ਜਾਨੀਏ। ਆਖਰਕਾਰ ਜਦੋਂ ਨਵਾਬ ਨੇ ਪੁੱਛਿਆ ਤੇ ਮੂਲ ਚੰਦ ਅਥਰੂ ਸਾਫ਼ ਕਰਕੇ ਪਤਾ ਕੀ ਕਹਿੰਦੇ, ਕਹਿੰਦੇ ਮੈਂ ਤੁਹਾਡੇ ਮੋਦੀ ਦਾ ਸਤਾਇਆ ਹੋਇਆ ਹਾਂ। ਜਦੋਂ ਗੁਰੂ ਸਾਹਿਬ ਦਾ ਨਾਮ ਸੁਣਿਆ, ਨਵਾਬ ਇੱਕਦਮ ਸਾਵਧਾਨ ਹੋ ਗਿਆ ਵੀ ਗੱਲ ਤੇ ਗੁਰੂ ਨਾਨਕ ਸਾਹਿਬ ਦੀ ਚੱਲ ਰਹੀ ਹੈ। ਕਹਿੰਦਾ ਮੈਂ ਤੁਹਾਡੇ ਮੋਦੀ ਸਾਹਿਬ ਦਾ, ਜੋ ਗੁਰੂ ਨਾਨਕ ਸਾਹਿਬ ਨੇ ਸੁਲਤਾਨਪੁਰ ਲੋਧੀ, ਮੈਂ ਉਹਨਾਂ ਦਾ ਰਿਸ਼ਤੇ ਵਿੱਚ ਸਹੁਰਾ ਲੱਗਦਾ, ਪਿਤਾ ਸਮਾਨ, ਮੇਰੀ ਧੀ ਉਹਨਾਂ ਕੋਲ ਵਿਆਹੀ ਹੋਈ ਹੈ। ਨਵਾਬ ਨੇ ਸੁਣ ਕੇ ਬੜਾ ਅਦਬ ਦਿੱਤਾ, ਆਪਣੇ ਮੰਤਰੀਆਂ ਸੰਤਰੀਆਂ ਨੂੰ ਆਖਿਆ ਇਹਨੂੰ ਬਹਿਣ ਨੂੰ ਥਾਂ ਦਿਓ। ਗੁਰੂ ਨਾਨਕ ਸਾਹਿਬ ਮਰਦ ਬੜੇ ਸਤਿਕਾਰਯੋਗ ਨੇ, ਇੰਨਾ ਸੋਹਣਾ ਮੋਦੀ ਖਾਨਾ ਚਲਾਉਂਦੇ, ਕਦੇ ਘਾਟਾ ਨਹੀਂ ਪਿਆ। ਜੇ ਘਾਟਾ ਪੈਂਦਾ ਫਿਰ ਨਾ ਪੁੱਛਦੇ, ਹਮੇਸ਼ਾ ਵਾਧਾ ਹੀ ਹੋਇਆ, ਚਰਚਾ ਹੀ ਹੋਈ ਆ ਉਹਨਾਂ ਦੇ ਨਾਂ ਕਰਕੇ। ਨਵਾਬ ਸਾਹਿਬ ਕਹਿੰਦੇ ਪਹਿਲਾਂ ਬੈਠੋ ਤੁਸੀਂ, ਉਹ ਕਹਿੰਦੇ ਮੈਂ ਬਹਿਣ ਨਹੀਂ ਆਇਆ, ਮੈਂ ਬਹੁਤ ਦੁਖੀ ਹਾਂ। ਜਿਸ ਗੁਰੂ ਨਾਨਕ ਦੇ ਘਰ ਤੋਂ ਸਾਰੀ ਦੁਨੀਆ ਕਹਿੰਦੀ ਦਾਤਾ ਦੁੱਖ ਕੱਟ ਸੁੱਖ ਦੇ ਦੇ, ਦੁਨਿਆਵੀ ਪੱਧਰ ਤੇ ਵੇਖੋ ਚੋਜ ਸੱਚੇ ਪਾਤਸ਼ਾਹ ਦੇ, ਉਹਨਾਂ ਦੇ ਪਿਤਾ ਸਹੁਰਾ ਜੀ ਕਹਿੰਦੇ ਮੈਂ ਦੁਖੀ ਉਹਨਾਂ ਤੋਂ ਆਖੋ ਸਤਿਨਾਮ। ਕੋਈ ਦੁਨੀਆ ਤੋਂ ਦੁਖੀ ਹੋਵੇ ਤੇ ਰੱਬ ਸੁਣਦਾ ਹੈ, ਉਹ ਜਿਹੜਾ ਰੱਬ ਤੋਂ ਦੁਖੀ ਉਹਦੀ ਕੌਣ ਸੁਣੂਗਾ। ਹੁਣ ਮੂਲ ਚੰਦ ਨੇ ਜਦੋਂ ਸਵਾਲ ਇਦਾਂ ਦਾ ਕੀਤਾ ਤੇ ਨਵਾਬ ਭੰਬਲ ਭੁੱਸੇ 'ਚ ਪੈ ਗਿਆ ਵੀ ਮੈਂ ਕੀ ਕਰ ਸਕਦਾ, ਵੀ ਜਿਹੜੇ ਕਿਸੇ ਦੀ ਸੁਣਦੇ ਨਹੀਂ, ਕਿਸੇ ਦੀ ਮੰਨਦੇ ਨਹੀਂ। ਕੱਲ ਗਿਆ ਸੀ ਕਾਜੀ ਕੰਨ ਝਾੜ ਜੀ ਕਰਾ ਕੇ ਆ ਗਿਆ, ਉਹਨੇ ਵੀ ਆ ਕੇ ਦੱਸਿਆ ਨਵਾਬ ਨੂੰ ਵੀ ਉਹ ਤੇ ਜੀ ਹਿੰਦੂਆਂ ਬਾਰੇ ਬੋਲਦਾ, ਮੁਸਲਮਾਨਾਂ ਬਾਰੇ ਬੋਲਦਾ, ਦੋਨੇ ਝੂਠੇ ਆ। ਇੰਨੇ ਨੂੰ ਆ ਨਵਾਂ ਕੇਸ ਆ ਗਿਆ ਕਚਹਿਰੀ ਵਿੱਚ। ਗੁਰੂ ਸਾਹਿਬ ਤੱਕ ਪਹੁੰਚਣ ਦੀ ਹਿੰਮਤ ਕਿਸੇ ਦੀ ਨਹੀਂ ਹੈ, ਕੋਈ ਨਹੀਂ ਜਾ ਰਿਹਾ ਉੱਥੇ, ਉਹਨਾਂ ਦੀਆਂ ਗੱਲਾਂ ਦਾ ਕੋਈ ਸਾਹਮਣਾ ਨਹੀਂ ਕਰ ਪਾ ਰਿਹਾ। ਤੇ ਘਰ ਪਰਿਵਾਰ ਦੇ ਆ ਕੇ ਕਹਿੰਦੇ ਅਸੀਂ ਦੁਖੀ ਆ, ਸਾਨੂੰ ਇਨਸਾਫ ਦੇ ਦਿਓ। ਨਵਾਬ ਸਾਹਿਬ ਸੋਚ ਰਹੇ, ਮੈਂ ਵਾਦਾ ਵੀ ਕਰ ਲਿਆ, ਮੈਂ ਇਹ ਵੀ ਕਹਿ ਦਿੱਤਾ ਵੀ ਤੈਨੂੰ ਇੱਥੋਂ ਦੁਖੀ ਨਹੀਂ ਜਾਣ ਦਿੰਦਾ, ਪਰ ਮੈਂ ਉਹਨਾਂ ਦਾ ਵਿਗਾੜ ਕੀ ਸਕਦਾ। ਖੁਦ ਸਾਡਾ ਨਾਮ ਮਾਨੀ ਮਨ ਸੁਣ ਕੀ ਸਮਝਾ ਸਕਦਾ, ਮੇਰੀ ਕਿਹੜਾ ਸੁਣਦੇ ਆ, ਮੇਰੀ ਕਿਹੜਾ ਮੰਨਦੇ ਆ। ਜਿਵੇਂ ਇਹ ਰੋਂਦੇ ਫਿਰਦੇ ਵੀ ਸਾਡੀ ਨਹੀਂ ਮੰਨਦੇ, ਮੰਨਦੇ ਤੇ ਸਾਡੀ ਵੀ ਨਹੀਂ। ਮਾਨੀ ਮਨ ਨਵਾਬ ਆਪਣੇ ਨਾਲ ਗੱਲਾਂ ਕਰਦਾ ਹੈ, ਪਰ ਮੂਲ ਚੰਦ ਜੀ ਨੂੰ ਪੁੱਛਦਾ ਵੀ ਤੁਸੀਂ ਦੁਖੀ ਕਿਸ ਗੱਲ ਤੋਂ।
ਕਾਰਨ ਤੇ ਹੋਊਗਾ। ਹਰ ਬੰਦੇ ਤੋਂ ਹਰ ਇਨਸਾਨ ਹੀ ਦੁਖੀ ਹੈ, ਪਰ ਸਭ ਦੇ ਆਪਣੇ ਆਪਣੇ ਦੁੱਖ ਨੇ। ਕੋਈ ਆਪਣੀ ਈਗੋ ਪ੍ਰੋਬਲਮ ਕਰਕੇ ਦੁਖੀ ਹੈ, ਮੇਰੀ ਕੋਈ ਸੁਣਦਾ ਮੰਨਦਾ ਨਹੀਂ ਤਾਂ ਦੁਖੀ ਹੈ। ਕੋਈ ਇਸ ਕਰਕੇ ਦੁਖੀ ਹੈ ਵੀ ਮੈਨੂੰ ਘਾਟਾ ਪਾਦਾ, ਮੇਰਾ ਫਲਾਣਾ ਰਿਸ਼ਤੇਦਾਰ ਬਣ ਗਿਆ ਇਹ ਚੰਗਾ ਨਹੀਂ ਮੈਂ ਤਾਂ ਦੁਖੀ ਹਾਂ। ਕੋਈ ਕਹਿੰਦਾ ਮੇਰੀ ਔਲਾਦ ਕਹਿਣੇ ਤੋਂ ਬਾਹਰ ਆ ਮੈਂ ਤਾਂ ਦੁਖੀ ਹਾਂ। ਕੋਈ ਕਹਿੰਦਾ ਇਹ ਬੰਦਾ ਹੱਦ ਤੋਂ ਵੱਧ ਚੰਗਾ ਹੈ ਮੈਂ ਇਹਦੇ ਵਰਗਾ ਨਹੀਂ ਬਣ ਸਕਦਾ ਮੈਂ ਤਾਂ ਦੁਖੀ। ਹੁਣ ਮੂਲ ਚੰਦ ਗੁਰੂ ਨਾਨਕ ਸਾਹਿਬ ਦੇ ਵਿਰੁੱਧ ਬੋਲ ਰਹੇ ਵਿਰੁੱਧ। ਰਿਸ਼ਤੇਦਾਰ ਹੀ ਹੁੰਦੇ ਆ ਕਿ ਜਿਹੜੇ ਮਾਣ ਸਨਮਾਨ ਦਿੰਦੇ ਆ, ਖੁਦਾ ਦਾ ਨਾਮ ਬਾਹਰ ਦੇ ਨੇ ਕੀ ਲੈਣਾ, ਚਾਰ ਗਾਲਾਂ ਕੱਢੂ ਤੁਹਾਡੇ ਤੋਂ ਪਾਸੇ ਹੋ ਜੂ। ਤੇ ਰਿਸ਼ਤੇਦਾਰ ਤੇ ਫਿਰ ਲੱਕੜ ਵਾਲਾ ਰੰਦਾ ਰੱਖ ਲੈਂਦੇ ਵੀ ਜਦੋਂ ਤੱਕ ਬਚਦਾ ਨਹੀਂ ਕੱਖ ਤੇ ਛੱਡਣਾ ਨਹੀਂ ਹੈ। ਘੁੜ ਵਾਂਗੂ ਲੱਗਦੇ ਆ। ਹੁਣ ਸਹੁਰਾ ਸਾਹਿਬ ਸਤਿਗੁਰਾਂ ਦੇ ਭਰੀ ਸਭਾ ਚ ਆ ਕੇ ਕਹਿੰਦੇ ਆ ਮੈਂ ਉਹ ਤੋਂ ਦੁਖੀ ਆ। ਇੱਥੇ ਜਿੰਨੇ ਬੈਠੇ ਸੀ ਮਰਦ ਨਾਲ ਹਿਸਾਬ ਕਿਤਾਬ ਕਰਨ ਵਾਲੇ ਖੁਸ਼ ਹੋ ਕੇ ਕਹਿੰਦੇ ਲੈ ਬਣ ਗਈ ਗੱਲ, ਜੀ ਤੂੰ ਅਸੀਂ ਦੁਖੀ ਉਹ ਤੋਂ ਸਹੁਰਾ ਸਾਹਿਬ ਦੁਖੀ। ਆਖੋ ਸਤਿਨਾਮ। ਕਿਸੇ ਨੂੰ ਖਰਾਬ ਕਰਨ ਲਈ ਰਾਜਨੀਤੀ ਵਿੱਚ ਕੀ ਕੀਤਾ ਜਾਂਦਾ ਹੈ, ਉਹਦੇ ਪਰਿਵਾਰ ਦਾ ਮੈਂਬਰ ਪੱਟਿਆ ਜਾਂਦਾ ਹੈ ਜਿਹੜਾ ਉਹ ਤੋਂ ਦੁਖੀ ਹੋਵੇ, ਆਪਣੀ ਮਾਰ ਜਾਂਦੇ ਆ। ਤੇ ਜਿੰਨੇ ਕੋਲ ਬੈਠੇ ਸੀ ਜਾਦੋ ਰਾਈ ਵਰਗੇ ਹਿਸਾਬ ਕਿਤਾਬ ਕਰਦੇ ਅੰਦਰੋਂ ਬਹੁਤ ਖੁਸ਼ ਨੇ, ਚੁਗਲਖੋਰ ਬੜੇ ਖੁਸ਼ ਨੇ। ਅਸੀਂ ਤੇ ਪਹਿਲੇ ਦਿਨ ਤੋਂ ਹੀ ਕਹਿੰਦੇ ਸੀ ਇਹ ਤੋਂ ਸੁਖੀ ਕੋਈ ਨਹੀਂ। ਤੇ ਹੁਣ ਨਵਾਬ ਨੂੰ ਪਤਾ ਲੱਗਣਾ ਜਦੋਂ ਲੋਕ ਕਹਿੰਦੇ ਸੀ ਦੁਖੀ ਆ ਨਹੀਂ ਕੋਈ ਮੰਨਦਾ ਸੀ, ਅੱਜ ਘਰ ਪਰਿਵਾਰ ਵਾਲੇ ਕਹਿਣ ਆ ਗਏ ਵੀ ਅਸੀਂ ਦੁਖੀ ਸਾਨੂੰ ਇਨਸਾਫ ਦਿਓ। ਵੀ ਹੁਣ ਨਵਾਬ ਨੂੰ ਪਤਾ ਲੱਗ ਜਾਣਾ ਵੀ ਇਹ ਕੌਣ ਸੀ ਜਿਹਨੂੰ ਮੈਂ ਮੋਦੀ ਬਣਾਇਆ, ਖਜ਼ਾਨਾ ਦਿੱਤਾ ਹੋਇਆ। ਸਤਿਗੁਰਾਂ ਦੇ ਪਿਤਾ ਮੂਲ ਚੰਦ ਰੋ ਰੋ ਕੇ ਕਹਿੰਦੇ ਆ ਜੇ ਤੁਸੀਂ ਮੈਨੂੰ ਇਨਸਾਫ ਨਾ ਦਿੱਤਾ ਮੇਰਾ ਕਾਨੂੰਨ ਉਤੋਂ ਸ਼ਰਅ ਉਤੋਂ ਭਰੋਸਾ ਉੱਠ ਜਾਣਾ ਏ। ਤਾਂ ਪਰ ਕਰੀ ਪੁਕਾਰ ਆਪ ਪਹਿਚਾਨੀਏ। ਤੇ ਨਵਾਬ ਬੈਠਾ ਬੈਠਾ ਸੋਚਦਾ ਹੈ ਵੀ ਪੁਕਾਰ ਵੀ ਲਿਆ ਕੇ ਉਹਨਾਂ ਦੀ ਕਰਤੀ, ਬੋਲਿਆ ਵੀ ਉਹਨਾਂ ਦੇ ਬਾਰੇ ਹੈ ਜਿਹੜੇ ਕਿਸੇ ਦੀ ਪਰਵਾਹ ਨਹੀਂ ਕਰਦੇ। ਇਹ ਸੱਚ ਹੈ। ਜੋ ਇਨਸਾਨ ਕਿਸੇ ਦੀ ਪਰਵਾਹ ਨਹੀਂ ਨਾ ਕਰਦਾ ਉਹਦਾ ਕੋਈ ਕੁਛ ਚਾਹੀ ਨਹੀਂ ਬੁਲਾ ਸਕਦਾ। ਚਾਹੀ ਰੱਬ ਦੇ ਪਿਆਰੇ ਕਿਸੇ ਦੀ ਪਰਵਾਹ ਨਹੀਂ ਕਰਦੇ। ਪਰ ਹੁਣ ਗੁਰੂ ਨਾਨਕ ਸਾਹਿਬ ਨੂੰ ਪਰਵਾਹ ਕਿਸੇ ਦੀ ਨਹੀਂ। ਤੇ ਮੂਲ ਚੰਦ ਆਉਂਦੇ ਆ ਵੀ ਜੇ ਨਵਾਬ ਉਹਨਾਂ ਨੂੰ ਵਾਧਾ ਘਾਟਾ ਜੁਰਮਾਨਾ ਲਾ ਕੇ ਘਰੇ ਬਿਠਾਏ ਵੀ ਅੱਜ ਤੋਂ ਬਾਅਦ ਖਬਰਦਾਰ ਜੇ ਸ਼ਮਸ਼ਾਨ ਚ ਗਏ ਚੱਲ ਘਰ ਸਹੀ ਹੋਊਗਾ, ਮੇਰੀ ਧੀ ਸੁਖੀ ਰਹੂਗੀ। ਗੁਰੂ ਸਾਹਿਬ ਨਹੀਂ ਜਾਣਦੇ। ਜੇ ਮੰਨ ਲਓ ਨਵਾਬ ਨਹੀਂ ਰੋਕ ਸਕਦਾ ਤੇ ਕਮ ਸੇ ਕਮ ਇਹ ਤੇ ਕਹਿ ਦਿਆਂਗਾ ਵੀ ਜਿੰਨਾ ਕੁ ਬਕਾਇਆ ਤੁਹਾਡੇ ਕੋਲ ਪਿਆ ਉਹੀ ਦੇ ਦਿਓ, ਜਿੰਨੇ ਕੁ ਪੈਸੇ ਬਚੇ ਆ। ਦੋਨੇ ਪਾਸੇ ਕੋਈ ਤੇ ਫਾਇਦਾ ਹੋਏਗਾ। ਸੁਣ ਸਰਵਣੰ ਮਮ ਬੈਨ ਵਿਚਾਰ ਕਰੀਜੀਏ। ਜਦੋਂ ਨਵਾਬ ਪੈ ਗਿਆ ਸੋਚੀ ਤੇ ਮੂਲ ਚੰਦ ਕਹਿੰਦੇ ਜੀ ਮੇਰੇ ਆਹੀ ਬੋਲ ਨੇ, ਮੈਂ ਗੁਰੂ ਨਾਨਕ ਸਾਹਿਬ ਤੋਂ ਤੰਗ ਆ, ਉਹਨਾਂ ਤੋਂ ਦੁਖੀ ਆ। ਤੁਸੀਂ ਸੋਚ ਲਓ ਵਿਚਾਰ ਲਓ ਵੀ ਕੀ ਕਰਨਾ ਚਾਹੀਦਾ। ਨਵਾਬ ਸੱਚੀ ਚੇਤਾ ਚ ਪੈ ਗਿਆ ਵੀ ਅੱਜ ਤੱਕ ਤੇ ਮੋਦੀ ਖਾਨੇ ਦਾ ਹਿਸਾਬ ਨਹੀਂ ਪੂਰਾ ਨਿਕਲਿਆ। ਇਹ ਕਿਹੜਾ ਹਿਸਾਬ ਮੰਗਦੇ ਆ ਖੁਦਾ ਦੇ ਨਾਮ। ਮੈਂ ਬੜੀ ਵਾਰ ਕੋਸ਼ਿਸ਼ਾਂ ਕਰ ਲੀਆਂ ਵੀ ਇਹਨਾਂ ਨੂੰ ਹਿਸਾਬ ਕਿਤਾਬ ਚ ਉਲਝਾਵਾਂ, ਹਰ ਵਾਰ ਹੀ ਖਰੇ ਨਿਕਲਦੇ ਰਹੇ ਆ। ਤੇ ਅੱਜ ਪਰਿਵਾਰ ਵਾਲੇ ਕਹਿੰਦੇ ਇਨਸਾਫ ਸਾਨੂੰ ਤੁਹਾਡੇ ਦੇ ਚਾਹੀਦਾ। ਔਰ ਆਏ ਵੀ ਐਡੀ ਦੂਰੋਂ ਚੱਲ ਕੇ ਨੇ ਪੱਖੋਂ ਕੇ ਰੰਧਾਵਿਆਂ ਤੋਂ, ਜੇ ਇਨਸਾਫ ਨਾ ਦਿੱਤਾ ਤੇ ਇਹ ਮੈਸੇਜ ਇਹ ਸੁਨੇਹਾ ਚੰਗਾ ਨਹੀਂ ਜਾਣਾ। ਕਿਉਂਕਿ ਮਾਤਾ ਸੁਲੱਖਣੀ ਜੀ ਜੋ ਸਾਡੇ ਨੇ ਇਸ ਨਗਰ ਦੀ ਨੂੰਹ ਨੇ, ਜਿੱਥੇ ਗੁਰੂ ਨਾਨਕ ਸਾਹਿਬ ਵਸ ਰਹੇ ਆ ਸੁਲਤਾਨਪੁਰ ਲੋਧੀ। ਤੇ ਧੀਆਂ ਭੈਣਾਂ ਦੇ ਤੇ ਰਾਜੇ ਮਹਾਰਾਜੇ ਰਾਖੇ ਹੁੰਦੇ ਆ, ਧੀਆਂ ਮੰਨਦੇ ਆ। ਹੁਣ ਧੀ ਦਾ ਪਿਤਾ ਕੇ ਰੋਂਦਾ ਮੇਰੀ ਧੀ ਦੁਖੀ ਹੈ, ਮੈਨੂੰ ਇਨਸਾਫ ਚਾਹੀਦਾ ਹੈ, ਮੈਨੂੰ ਕਿਤੇ ਕੋਈ ਥਾਂ ਨਹੀਂ ਮਿਲਦੀ, ਢੋਈ ਨਹੀਂ ਮਿਲਦੀ। ਮੈਂ ਬੜੀ ਵਾਰ ਜਾ ਕੇ ਸਮਝਾ ਕੇ ਵੇਖਿਆ, ਸਾਡੀ ਸੁਣਦੇ ਮੰਨਦੇ ਨਹੀਂ। ਓ ਬਹੋਰੋ ਨਿਆਏ ਨਵੇਰ ਸੋ ਜਸ ਜਗ ਲੀਜੀਏ। ਐ ਨਵਾਬ ਸਾਹਿਬ ਜੇ ਤੁਸੀਂ ਇਨਸਾਫ ਕਰ ਦਿੱਤਾ ਨਾ, ਜੇ ਤੁਸੀਂ ਨਿਆਂ ਦੇਤਾ, ਸਮਝੋ ਸਮਾਜ ਵਿੱਚ ਤੁਹਾਡੀ ਮਹਿਮਾ ਹੋਏਗੀ। ਜੇ ਤੁਸੀਂ ਇਨਸਾਫ ਨਾ ਕੀਤਾ ਤੁਹਾਡੀ ਨਿੰਦਿਆ। ਕਿਉਂ ਹੋਏਗੀ ਨਿੰਦਿਆ? ਕਿਉਂਕਿ ਆਸੇ ਪਾਸੇ ਜਿੰਨੇ ਰਾਜੇ ਮਹਾਰਾਜੇ ਨਵਾਬ ਨੇ ਸਾਰੇ ਮੁਸਲਮਾਨ ਨੇ। ਇਸਲਾਮ ਹਮੇਸ਼ਾ ਇਨਸਾਫ ਕਰਦਾ ਹੈ। ਉਹ ਅਲੱਗ ਗੱਲ ਹੈ ਵੀ ਕਿਸੇ ਧਰਮ 'ਚ ਕੋਈ ਵੀ ਮਾੜਾ ਬੰਦਾ ਜੰਮ ਸਕਦਾ। ਇਨਸਾਫ ਪਸੰਦ ਲੋਕ ਨੇ ਇਸਲਾਮ ਦੇ। ਹੁਣ ਜਦ ਨਵਾਬ ਨੇ ਗੱਲ ਸੁਣੀ, ਨਵਾਬ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਵੀ ਜੇ ਇਨਸਾਫ ਨਾ ਮਿਲਿਆ ਤਾਂ ਬਦਨਾਮੀ, ਜੇ ਇਨਸਾਫ ਕੀਤਾ ਤੇ ਗੁਰੂ ਸਾਹਿਬ ਨਾਲ। ਇਹ ਤੇ ਬੜੀ ਵੱਡੀ ਗੱਲ ਹੋ ਗਈ।
ਨਵਾਬ ਨੇ ਬੈਠਣ ਦਾ ਸਮਾਂ ਦਿੱਤਾ। ਪੁੱਛਦਾ ਕਹਿੰਦਾ ਕੋਈ ਘਰੇਲੂ ਸਮੱਸਿਆ ਦੱਸੋ, ਕੀ ਕੀ ਦੁੱਖ ਨੇ ਤੁਹਾਨੂੰ? ਤੇ ਮੂਲ ਚੰਦ ਖੁੱਲ੍ਹ ਕੇ ਦੱਸਣ ਲੱਗੇ। ਕਹਿੰਦੇ ਜੀ ਉਹਨਾਂ ਤੋਂ ਇਹ ਪੁੱਛੋ ਵੀ ਸੁੱਖ ਸਾਨੂੰ ਕਿਹੜੇ ਮਿਲੇ, ਆਖੋ ਸਤਿਨਾਮ। ਤੁਸੀਂ ਦੁੱਖ ਨਾ ਪੁੱਛੋ, ਸੁੱਖ ਪੁੱਛੋ। ਕਹਿੰਦਾ ਜਿੱਦਣ ਦੀ ਮੈਂ ਧੀ ਵਿਆਹੀ ਇੱਕ ਦਿਨ ਵੀ ਸੁੱਖਾਂ ਦਾ ਚੜਿਆ ਨਹੀਂ। ਦੋਹਰਾ ਸੁਣ ਸ੍ਰੀ ਨਾਨਕ ਨਾਮ ਕੋ ਲੀਨੋ ਨਿਕਟ ਹਕਾਰ ਕੈਸੇ ਕਰਤ ਪ੍ਰਕਾਰ ਤੂੰ ਮੋਹਿ ਸਮਝਾਏ ਉਚਾਰ। ਆਖਰਕਾਰ ਨਵਾਬ ਦੌਲਤ ਖਾਨ ਨੇ ਜਦ ਗੁਰੂ ਨਾਨਕ ਸਾਹਿਬ ਦਾ ਜ਼ਿਕਰ ਸੁਣਿਆ, ਮੂਲ ਚੰਦ ਜੀ ਨੂੰ ਆਪਣੇ ਨਾਲ ਦੇ ਅਲਗੇ ਤੇ ਬਿਠਾਇਆ ਸਭਾ 'ਚ। ਕਈਆਂ ਨੂੰ ਕਿਹਾ ਤੁਸੀਂ ਉੱਠ ਕੇ ਜਾ ਸਕਦੇ ਹੋ, ਸਿਰਫ ਉਹੀ ਜਿਹੜਾ ਖਾਸ ਅਮਲਾ ਹੈ, ਕੁਛ ਮੰਤਰੀ ਸੰਤਰੀ ਉਹੀ ਰਹਿਣਗੇ ਕੋਲੇ, ਬਾਕੀਆਂ ਨੂੰ ਭੇਜ ਦਿੱਤਾ। ਕਿਉਂਕਿ ਨਵਾਬ ਜਾਣਦਾ ਵੀ ਇਹ ਵੀ ਮੇਰਾ ਹੀ ਪਰਿਵਾਰ ਹੈ। ਜੈਦਾਰ ਜੀ ਕਿਹਦੇ ਆ? ਸਮੇਂ ਦੇ ਨਵਾਬ ਨਾਲ ਉੱਠਣੀ ਬੈਠਣੀ ਆ, ਭਾਈਚਾਰਾ, ਪਰਿਵਾਰਕ ਸਾਂਝ ਹੈ। ਇਸ ਕਰਕੇ ਉਹਨਾਂ ਨੇ ਮੂਲ ਚੰਦ ਜੀ ਨੂੰ ਕੋਲੇ ਬਿਠਾਇਆ, ਜਲ ਪਾਣੀ ਛਕਾਇਆ, ਕਿਉਂਕਿ ਰੁਤਬਾ ਵੱਡਾ ਹੈ। ਇੱਕ ਤੇ ਉਹ ਪਟਵਾਰੀ ਨੇ ਤੇ ਦੂਜਾ ਇਸ ਨਗਰ ਦੇ ਸੋਹਰਾ ਸਾਹਿਬ ਨੇ, ਗੁਰੂ ਨਾਨਕ ਸਾਹਿਬ ਦੇ ਸੋਹਰਾ ਸਾਹਿਬ, ਕਿਉਂਕਿ ਇੱਥੇ ਉਹਨਾਂ ਦੀ ਧੀ ਵਿਆਹੀ ਹੈ। ਫਰਜ਼ ਤੇ ਹੈ ਨਾ। ਅੱਗੇ ਪੁਰਾਣਾ ਸਮਾਂ ਹੁੰਦਾ ਸੀ ਨਾ, ਪਿੰਡ ਦਾ ਜਵਾਈ ਭਾਈ ਸਾਰਾ ਪਿੰਡ ਜਵਾਈ ਮੰਨਦਾ ਸੀ। ਪਿੰਡ ਦੀ ਧੀ ਨੂੰ ਸਾਰਾ ਪਿੰਡ ਆਪਣੀ ਧੀ ਮੰਨਦਾ ਹੁੰਦਾ ਸੀ। ਹੁਣ ਤੇ ਚਲੋ ਮਾਫ ਕਰਿਓ, ਰੱਬ ਹੀ ਰੱਬ। ਤੇ ਨਵਾਬ ਸਾਹਿਬ ਬੜੇ ਅਦਬ ਨਾਲ ਪੁੱਛਦੇ ਨੇ, ਕਹਿੰਦੇ ਵੇਖੋ ਬੜਾ ਸੋਹਣਾ ਕੰਮਕਾਰ ਉਹ ਮੋਦੀ ਖਾਨੇ ਤੇ ਕਰਦੇ ਰਹੇ ਆ। ਖੌਰੇ ਪਤਾ ਨਹੀਂ ਉਹਨਾਂ ਦੇ ਦਿਲ ਦਿਮਾਗ ਵਿੱਚ ਕੀ ਚੱਲਦਾ ਹੈ। ਜਦੋਂ ਤੋਂ ਵੇਈ ਨਦੀ ਵਿੱਚ ਅਲੋਪ ਹੋਏ ਨੇ, ਸਭ ਕੁਝ ਛੱਡ ਗਏ ਤੇ ਸਤਿਗੁਰਾਂ ਦੇ ਸਹੁਰਾ ਸਾਹਿਬ ਫਿਰ ਟੁੱਟ ਕੇ ਪੈ ਗਏ। ਕਹਿੰਦੇ ਜਿਹੜੀਆਂ ਗੱਲਾਂ ਦਾ ਰੋਣਾ ਤੁਸੀਂ ਰੋਨੇ ਹੋ, ਅਸੀਂ ਕਿਉਂ ਤੋਂ ਵੱਧ ਰੋਈ, ਆਖੋ ਸਤਿਨਾਮ। ਲੋਕੀ ਕਹਿੰਦੇ ਰੱਬ ਹੈ, ਜ਼ਮਾਨਾ ਕਹਿੰਦਾ ਸਾਧੂ ਹੈ, ਪਰ ਉਹਨੇ ਇੱਕ ਪਲ ਦਾ ਵੀ ਸਾਨੂੰ ਸੁੱਖ ਨਹੀਂ ਦਿੱਤਾ। ਮਹਾਰਾਜ ਛੰਦ ਜੋ ਸਾਤ ਸੈ ਕੀ ਸਾਠ ਦਾਮ ਤਾਹੀ ਜਾਣ ਸਿੱਖ ਸੋ ਨਿਭਾਵ ਰਾਏ ਦੇਹੋ ਤਾਹੇ ਤਾਤ ਨਾਰ ਦੇਖ ਸੋ। ਤੇ ਫਿਰ ਨਵਾਬ ਨੂੰ ਮੂਲ ਚੰਦ ਆਖਣ ਲੱਗੇ, ਆਪਣਾ ਅਸਲੀ ਦੁੱਖ ਦੱਸਣ ਲੱਗੇ। ਕਹਿੰਦੇ ਵੇਖੋ ਤੇ ਹੋ ਗਿਆ ਝੱਲਾ ਬਾਬਰਾ, ਪਿਤਾ ਜੀ ਕਹਿੰਦੇ ਮੂਲ ਚੰਦ ਝੱਲਾ ਬਾਬਰਾ ਹੋ ਗਿਆ, ਉਹਨੂੰ ਤੇ ਦੁਨੀਆ ਨਾਲ ਲੈਣ ਦੇਣੇ ਕੋਈ ਨਹੀਂ। ਤੇ ਨਵਾਬ ਨੇ ਜਦੋਂ ਕੋਲੇ ਬਿਠਾ ਲਿਆ, ਉਹਨਾਂ ਸੋਚਿਆ ਲੈ ਵੀ ਕੰਮ ਸੌਲਵ ਹੋ ਜਾਣਾ। ਕਹਿੰਦੇ ਨਵਾਬ ਸਾਹਿਬ ਉਹਨਾਂ ਦੀ ਘਰ ਪਤਨੀ ਬੈਠੀ ਹੈ, ਧੀ ਸੁਲੱਖਣੀ, ਸੁੱਖ ਨਾਲ ਘਰ ਵਿੱਚ ਦੋ ਪੁੱਤਰ ਨੇ, ਆਪ ਤੇ ਬਹਿ ਕੇ ਮੜੀਆਂ 'ਚ ਜਾ ਕੇ। ਹੁਣ ਮੜੀਆਂ 'ਚ ਕਿਹੜਾ ਕੰਮ ਕਾਰ ਚੱਲਦਾ ਹੈ? ਕੀ ਕਮਾਈਆਂ ਕੋਈ ਕੁਛ ਨਹੀਂ, ਬਰਬਾਦੀ ਹੈ। ਜੇ ਤੁਸੀਂ ਤਰਸ ਕਰੋ, ਮਾੜਾ ਮੋਟਾ ਸੋਚੋ ਵੀ ਜਿਹੜਾ 760 ਰੁਪਈਆ ਉਹਨਾਂ ਦਾ ਤੁਹਾਡੇ ਕੋਲੇ ਪਿਆ, ਵੀ ਉਹਨਾਂ ਦੀ ਪਤਨੀ ਤੇ ਬੱਚਿਆਂ ਦੇ ਨਾਮ ਕਰ ਦਿਓ। 760 ਉਦੋਂ ਦਾ, ਅੱਜ ਦਾ ਨਹੀਂ ਹੈ, ਲੱਖਾਂ ਰੁਪਇਆ ਬਣਦਾ ਸੀ। ਵੀ ਜੇ ਤੁਸੀਂ ਦੇ ਦਿਓ, ਬੱਚਿਆਂ ਦੀ ਪਰਵਰਿਸ਼ ਹੋ ਜੂ। ਬਾਬਾ ਸ੍ਰੀ ਚੰਦ, ਬਾਬਾ ਲਖਮੀ ਚੰਦ ਪਰਵਰਿਸ਼ ਹੋ ਜੂ। ਫਿਰ ਸਾਨੂੰ ਉਲਾਂਭਾ ਵੀ ਕੋਈ ਨਹੀਂ, ਭਾਵੇਂ ਸ਼ਮਸ਼ਾਨ ਵਿੱਚ ਰਵੇ ਜਾਂ ਕਬਰਸਤਾਨ 'ਚ ਰਵੇ, ਆਖੋ ਸਤਿਨਾਮ। ਸੱਚੀ ਦੁਨੀਆ ਇੱਥੇ ਹੀ ਹੈ ਜੀ। ਬੰਦਾ ਕਹਿੰਦਾ ਮੈਂ ਮਰਨ ਲੱਗਿਆ, ਕਹਿੰਦੇ ਮਰਦਾ ਮਰ ਜਾ, ਕ੍ਰੈਡਿਟ ਕਾਰਡ ਦੇ ਜਾ। ਕੱਲ ਮਰਦਾ ਅੱਜ ਮਰ ਜਾ, ਸਾਨੂੰ ਕੀ ਹੈ? ਕੋਠੀ ਨਾ ਕਰਾ ਗਈ, ਜ਼ਮੀਨ ਨਾ ਕਰਾ ਗਈ, ਭਾਵੇਂ ਪੋਜ਼ਿਟਿਵ ਹੋ ਜਾ ਜਾਂ ਨੈਗੇਟਿਵ ਹੋ ਜਾ, ਥੋੜਾ ਹੈ ਅੱਜ ਦੇ ਸਮੇਂ ਦਿਖ ਰਿਹਾ ਤੁਹਾਡੇ ਸਾਹਮਣੇ ਕੀ ਕੁਛ ਸੰਸਾਰ ਵਿੱਚ ਹੁੰਦਾ ਹੈ। ਪੈਸਾ ਪੈਸਾ ਹਾਏ ਪੈਸਾ ਹਰ ਪਾਸੇ, ਦੁਨੀਆ ਰੋ ਰਹੀ ਹੈ ਪੈਸੇ, ਪਰ ਰਿਸ਼ਤਾ ਵੀ ਕੋਈ ਨਹੀਂ। ਗੁਰੂ ਨਾਨਕ ਸਾਹਿਬ ਦੇ ਸਹੁਰਾ ਸਾਹਿਬ ਦੀ ਜ਼ੁਬਾਨੀ ਹੈ, ਕਹਿੰਦੇ 760 ਦੇ ਦਿਓ, ਜਿੱਥੇ ਮਰਜ਼ੀ ਹੋ ਜਾਵੇ, ਆਖੋ ਸਤਿਨਾਮ। ਸਾਨੂੰ ਕੀ ਆ, ਜਦੋਂ ਭੁੱਖ ਪਿਆਸ ਲੱਗੂ, ਨਹੀਂ ਕੋਈ ਪੁੱਛੂ, ਆਪ ਹੀ ਆਜੂ ਘਰੇ। ਘਰੇ ਪੈਸੇ ਤੇ ਹੋਣ ਨਾ। ਨਵਾਬ ਸੁਣ ਕੇ ਨਾ ਚਿੰਤਤ ਹੋ ਗਿਆ ਵੀ ਜਿਹੜਾ ਕੰਮ ਇਹ ਕਹਿੰਦੇ ਮੈਂ ਨਹੀਂ ਕਰ ਸਕਦਾ। ਇਮਾਨਤ ਕਿਹਦੀ ਹੈ? ਹੁਣ ਕਿਸੇ ਦੀ ਇਮਾਨਤ ਹੈ ਜੀ, ਕੋਈ ਆ ਕੇ ਰਿਸ਼ਤੇਦਾਰ ਵੀ ਫਲਾਣਾ ਬੰਦਾ ਜੀ ਸਾਡੇ ਕਹਿਣੇ ਤੋਂ ਬਾਹਰ ਹੈ, ਲੱਗਦਾ ਸਾਡਾ ਭਤੀਜਾ, ਜਿੰਨੇ ਕੋ ਦੇ ਪੈਸੇ ਨੇ 50 ਲੱਖ ਸਾਨੂੰ ਦੇ ਦਿਓ ਜੀ। ਬੈਂਕ ਵਾਲੇ ਕਹਿੰਦੇ ਆ ਜਾਂ ਤੇਰੇ ਸਾਈਨ ਨਹੀਂ ਮਿਲਦੇ, ਦੂਜੇ ਨੂੰ ਕਿੱਥੋਂ ਦੇ ਦਈਏ। ਕਈ ਵਾਰ ਆਪਣਾ ਅਕਾਊਂਟ ਹੁੰਦਾ, ਆਪਾਂ ਸਾਹਮਣੇ ਖੜੇ ਹੁੰਦੇ, ਫੋਟੋ ਦੇ ਕਹਿੰਦੇ ਨਾ ਦੁਬਾਰਾ ਸਾਈਨ ਕਰ, ਮੈਚ ਨਹੀਂ ਕਰਦੇ ਹੁੰਦਾ ਨਾ। ਫਿਰ ਤੀਜੀ ਥਾਂ ਤੇ ਆ, ਉਦੋਂ ਕਿਹੜਾ ਬੈਂਕ ਨਹੀਂ ਹੁੰਦੇ ਸੀ, ਸਮੇਂ ਦੀਆਂ ਹਕੂਮਤਾਂ ਦੇ ਬੈਂਕ ਸੀ ਜਿਹੜੇ ਸੇਠ ਲੋਕ ਹੁੰਦੇ ਸੀ।
ਬੜਾ ਕੁਝ ਲਿਖਤੀ ਪੜ੍ਹਤੀ ਕਰਨਾ ਪੈਂਦਾ ਸੀ। ਪੈਸੇ ਲੈਣ ਦੇਣ ਉਦੋਂ ਵੀ ਚੱਲਦੇ ਸੀ। ਨਵਾਬ ਸਾਹਿਬ ਦੇ ਸਾਹਮਣੇ ਉਹਨਾਂ ਪੇਸ਼ਕਸ਼ ਰੱਖਤੀ, ਨਵਾਬ ਵੀ ਜਾਣ ਗਿਆ ਵੀ ਦੁੱਖ ਤੱਕ ਕੋਈ ਨਹੀਂ ਗੁਰੂ ਸਾਹਿਬ ਤੋਂ, ਦੁੱਖ ਬਸ ਮਾਇਆ ਦਾ ਹੀ ਆ। ਸਤਨਾਮ ਵੀ ਹਾਏ 760 ਉੱਥੇ ਕਿਉਂ ਰਹਿ ਗਿਆ, ਤਾਂ ਹੀ ਆਏ ਨੇ ਚੱਲ ਕੇ। ਸਤਿਗੁਰਾਂ ਦੇ ਭੈਣ ਜੀ ਤੇ ਜੀਜਾ ਜੀ ਉਹਨਾਂ ਨੇ ਇੱਕ ਦਿਨ ਵੀ ਨਹੀਂ ਕਿਹਾ ਮਹਾਰਾਜ ਦੇ 760 ਰਹਿੰਦੇ, ਸਗੋਂ ਇਹ ਕਹਿ ਗਏ ਸੀ ਕਿ ਗੁਰੂ ਸਾਹਿਬ ਕਹਿੰਦੇ ਗਰੀਬਾਂ 'ਚ ਵੰਡਣੇ, ਉੱਥੇ ਹੀ ਵੰਡਦੇ ਹੋ, ਅਸੀਂ ਕੀ ਕਰ ਰਹੇ ਹਾਂ। ਇਹ ਕਿਉਂ ਆਏ ਅਸੀਂ? ਧੀ ਨੇ ਕਿਹਾ, ਮਾਤਾ ਸੁਲੱਖਣੀ ਨੇ ਕਿਹਾ ਵੀ ਮੇਰੇ ਪਿਤਾ ਜੀ ਜੋ ਪਤੀ ਦੀ ਮਾਇਆ ਤੁਸੀਂ ਲੈ ਆਓ, ਜਾ ਕੇ ਕਹਿ ਦਿਓ ਕਮ ਸੇ ਕਮ ਬੱਚਿਆਂ ਦਾ ਭਵਿੱਖ ਤੇ ਸਵਰਗੇ। ਆਪ ਤੇ ਫਕੀਰ ਹੈ ਹੀ ਨੇ, ਆਪ ਤੇ ਉਸਾਦ ਹੈ ਹੀ ਨੇ, ਕਮਾਉਣਾ ਨਹੀਂ ਕਮਾਉਣਾ, ਇਹਨਾਂ ਦੀ ਤੇ ਜ਼ਿੰਦਗੀ ਬਣੋ। ਤੇ ਪਿਤਾ ਨੇ ਆਪਣੀ ਧੀ ਦੇ ਬਚਨਾਂ ਨੂੰ ਸੁਣਿਆ, ਤੁਰ ਪਏ ਆ ਗਏ ਨਵਾਬ ਕੋਲੇ ਆ ਕੇ। ਫਿਰ ਹੁਣ ਚੰਗਾ ਥੋੜੀ ਕਹਿਣਾ, ਜੇ ਕਿਸੇ ਤੋਂ ਕੁਝ ਲੈਣਾ ਹੁੰਦਾ ਕਹਿਣਾ ਪੈਂਦਾ ਮਾੜਾ ਮੋਟਾ ਬੁਰਾ ਭਲਾ। ਕਹਿੰਦੇ ਉਹ ਕਮਲਾ ਝੱਲਾ ਹੈ, ਉਹਦੇ ਪਿੱਛੇ ਨਾ ਲੱਗਿਓ। ਤਾਂ ਕਹਿੰਦੇ ਨੇ ਵੀ ਨਵਾਬ ਕੱਲ ਨੂੰ ਇਹ ਨਾ ਕਹਦੇ ਵੀ ਉਹ ਸਾਨੂੰ ਕਹਿ ਕੇ ਗਏ ਦੇਣੇ ਨਹੀਂ ਕਿਸੇ ਨੂੰ। ਸਾਬਤ ਕਰਦੇ ਵੀ ਉਹ ਸਹੀ ਨਹੀਂ, ਦਿਮਾਗ ਨਹੀਂ ਕੰਮ ਕਰਦਾ, ਉਹਨਾਂ ਨੂੰ ਸੂਝੀ ਨਹੀਂ ਹੈ। ਇਹ ਸਾਰਾ ਕੁਝ ਕਵੀ ਨੇ ਅੱਗੇ ਜਾ ਕੇ ਖੋਲ੍ਹ ਦੇਣਾ। ਜਦ ਮੂਲ ਚੰਦ ਜੀ ਦੀਆਂ ਇਹ ਗੱਲਾਂ ਸੁਣੀਆਂ ਤੇ ਨਵਾਬ ਐਵੇਂ ਥੋੜਾ ਬੈਠਾ ਕਰਦੇ, ਰਾਜਾ ਬਣਨਾ ਖੇਡ ਹੈ। 100 ਦਿਮਾਗ ਇਕੱਠਾ ਕਿਸੇ ਦਾ ਕਰੀਏ ਤਾਂ ਇੱਕ ਰਾਜਨੀਤਿਕ ਬਣਦਾ। ਉਹਨੇ ਵੇਖ ਲਿਆ ਗੱਲ ਕਿੱਥੋਂ ਆਈ ਹੈ, ਰੌਲਾ ਕਾਹਦਾ ਸੀ, ਦੁੱਖ ਕਾਹਦਾ ਸੀ। ਦੁੱਖ ਆ ਕੇ 760 ਤੇ ਮੁੱਕ ਗਿਆ। ਇਹਦਾ ਮਤਲਬ ਫਿਰ ਤੇ ਦੁੱਖ ਦੀ ਨਿਵਰਤੀ ਬੜੀ ਸੌਖੀ ਹੈ, ਬੜੀ ਸੌਖੀ ਹੈ। ਆ ਵੱਡੀਆਂ ਲੜਾਈਆਂ ਦੇ ਨਤੀਜੇ ਕੀ ਨਿਕਲਦੇ ਆ? ਚੈੱਕ। ਕੋਰਟ ਕਚਹਿਰੀਆਂ 'ਚ ਕੀ ਹੁੰਦਾ ਹੈ? ਚੈੱਕ। ਇਹੀ ਆ ਨਾ ਗੱਲ। ਇੰਨੇ ਸਾਲ ਰਿਸ਼ਤਾ ਰਿਹਾ, 15 ਲੱਖ ਦੇ ਦਿਓ, 20 ਲੱਖ ਦੇ ਦਿਓ, ਖੜਿਆ ਕਿੱਥੇ? ਐਸੇ ਕੀ ਹੈ? ਸਭ ਕੁਝ ਮਾਇਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਸਹੁਰਾ ਸਭ ਕਿੱਥੇ ਪਹੁੰਚੇ? ਇੱਥੇ ਨਹੀਂ ਸੀ ਆਉਣਾ ਚਾਹੀਦਾ। ਕਦੇ ਸਤਿਗੁਰ ਇੱਥੇ ਨੌਕਰੀ ਕਰਦੇ ਸੀ। ਜੇ ਵੇਖੀਏ ਇਹ ਤਾਂ ਫਿਰ ਆਪਣੇ ਜਵਾਈ ਦੀ ਖਿੱਲੀ ਉਡਾਉਣ ਵਾਲਾ ਕੰਮ ਹੋਇਆ। ਸਮਾਜਿਕ ਤੌਰ ਤੇ ਇਹ ਗੱਲ ਹੈ ਵੀ ਜਾ ਕੇ ਕਿਸੇ ਨੂੰ ਕਹਿਣਾ ਮੇਰਾ ਜਵਾਈ ਕਮਲਾ ਹੈ, ਸਿਆਣਾ ਨਹੀਂ, ਝੱਲਾ ਹੈ, ਇੱਜ਼ਤ ਕਰ ਰਹੇ ਹੋ ਤੁਸੀਂ? ਨਹੀਂ। ਆਪਣਾ ਮਾੜਾ ਵੀ ਹੋਵੇ ਤੇ ਜ਼ਮਾਨੇ ਸਾਹਮਣੇ ਨਹੀਂ ਵੱਡੀਦਾ। ਸਿਰਫ ਮਾਇਆ ਪਿੱਛੇ ਮੂਲ ਚੰਦ ਪਿੱਛੇ ਦੱਸ ਆਏ ਨੇ ਕਵੀ, ਕਹਿੰਦੇ ਮੂਲਾ ਭੂਲਾ। ਮੂਲ ਚੰਦ ਭੁੱਲ ਗਏ ਨੇ। ਭੁੱਲੇ ਕਿਉਂ ਨੇ? ਜਿਹਨੂੰ ਸਤਿਗੁਰ ਆਪ ਬੁਲਾ ਦੇ, ਜਿਹਨੂੰ ਰੱਬ ਬੁਲਾ ਦੇ, ਉਹ ਤਾਂ ਆ ਗਏ ਇੱਥੇ। ਐਡਾ ਕਦਮ ਤਾਂ ਚੁੱਕ ਲਿਆ ਉਹਨਾਂ ਨੇ। ਨਵਾਬ ਨੂੰ ਬਾਰ-ਬਾਰ ਕਹਿਣ ਤੇ ਨਵਾਬ ਬੋਲੇਗਾ ਵੀ ਮੰਗਦੇ ਤੇ 760 ਕਿਹੜੇ ਮੂੰਹ ਨਾਲ ਦੇ ਦਿਆਂ। ਵਿਚਾਰ ਕਰਦੈ ਨਿਆਏ ਆਨ ਬੂਝ ਲੀਜੀਏ, ਭਨੰਤ ਮੂਲ ਚੰਦ ਜੋ ਉਕਾਰ ਜਲ ਖੀਜੀਏ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਜਦੋਂ ਜ਼ਿਕਰ ਆਇਆ, ਨਵਾਬ ਨੇ ਸਰਸਰੀ ਕਹਿ ਦਿੱਤਾ ਉੱਤੋਂ ਕਹਿੰਦੇ ਫਿਰ ਏਦਾਂ ਕਰੋ, ਗੁਰੂ ਨਾਨਕ ਸਾਹਿਬ ਨੂੰ ਲੈ ਆਓ, ਉਹਨਾਂ ਦੇ ਮੂੰਹੋਂ ਕਹਾ ਦਿਓ ਮੇਰੇ ਭਾਵੇਂ ਕੱਲ ਦੀ ਥਾਂ ਹੁਣੇ ਲੈ ਜਾਓ। ਆਖੋ ਸਤਿਨਾਮ। ਡੁੱਬੀ ਤਾਂ ਜੇ ਸਾਹ ਆਇਆ। ਜੇ ਆਹੀ ਗੱਲ ਗੁਰੂ ਸਾਹਿਬ ਕਹਿੰਦੇ ਹੁੰਦੇ ਤੇ ਪਰ ਇੱਥੇ ਆ ਕੇ ਰੌਲਾ ਕਾਹਦਾ ਪਾਉਣਾ ਸੀ? ਮੂਲ ਚੰਦ ਨਾਲ ਫਿਰ ਢਿੱਲੇ ਜਿਹੇ ਹੋ ਕੇ ਕਹਿੰਦੇ ਜੀ ਜਿਹੜਾ ਹੈ ਹੀ ਕਮਲਾ ਹੈ ਹੀ ਝੱਲਾ। ਇਹ ਮਾਫ ਕਰਿਓ, ਅੱਜ ਵੀ ਜ਼ਮਾਨੇ ਵਿੱਚ ਚੱਲਦਾ ਹੈ ਲੋਕੀ ਪ੍ਰਾਪਰਟੀ ਹਥਿਆਉਣ ਵਾਸਤੇ, ਕਿਸੇ ਨੂੰ ਤਲਾਕ ਦੇਣ ਵਾਸਤੇ ਲਿਖਤੀ ਡਾਕੂਮੈਂਟ ਵਿੱਚ ਲਿਖਾ ਦਿੰਦੇ ਨੇ ਬੰਦਾ ਮੈਂਟਲੀ ਠੀਕ ਨਹੀਂ ਹੈ। ਵੱਡੇ ਵੱਡੇ ਕ੍ਰਾਈਮ ਹੁੰਦੇ ਆ, ਲਿਖਿਆ ਜਾਂਦਾ ਮੈਂਟਲੀ ਠੀਕ ਨਹੀਂ, ਵਿੱਚ ਜੋ ਨੋਟ ਕਰਿਓ। ਜਦ ਵੀ ਕਿਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕੀਤੀ ਜਾਂਦੀ ਹੈ, ਸਿਆਸਤਦਾਨ ਕੀ ਕਹਿੰਦੇ ਆ ਉਦੋਂ, ਪੁਲਿਸ ਕੀ ਕਹਿੰਦੀ ਹੈ? ਕਹਿੰਦੇ ਇਹ ਬੰਦਾ ਮੈਂਟਲੀ ਠੀਕ ਨਹੀਂ। ਜੇ ਮੈਂਟਲੀ ਠੀਕ ਨਹੀਂ, ਘਰ ਵਾਲੀ, ਪਤਨੀ, ਮਾਂ, ਭੈਣ ਦੇ ਕੱਪੜੇ ਕਿਉਂ ਨਹੀਂ ਪਾੜਦਾ? ਗੁਰੂ ਦੇ ਅੰਗ ਕਿਉਂ ਪਾੜਦਾ ਜਾ ਕੇ? ਜੇ ਇਹ ਮੈਂਟਲੀ ਠੀਕ ਨਹੀਂ, ਮੰਦਰ ਮਸਜਿਦ ਕਿਉਂ ਨਹੀਂ ਜਾਂਦਾ? ਗੁਰਦੁਆਰੇ ਆ ਕੇ ਕਿਉਂ ਕਰਦਾ? ਆਖੋ ਸਤਿਨਾਮ। ਰਾਜਨੀਤੀ ਹੈ, ਤਰੀਕਾ ਹੈ ਕਿਸੇ ਦਾ ਹੱਕ ਖੋਣ ਵਾਸਤੇ ਉਹਨੂੰ ਸਿੱਧ ਕਰ ਦਿਓ ਬੰਦਾ ਠੀਕ ਨਹੀਂ ਹੈ, ਕਿਰਦਾਰ ਠੀਕ ਨਹੀਂ ਹੈ, ਸੁਭਾਅ ਠੀਕ ਨਹੀਂ ਹੈ, ਦਿਮਾਗੀ ਤੌਰ ਤੇ ਪਰੇਸ਼ਾਨ ਹੈ, ਤੇ ਕੋਰਟ ਕਚਹਿਰੀਆਂ ਇਸ ਚੀਜ਼ ਨੂੰ ਮੰਨਦੀਆਂ ਨੇ। ਸਰਟੀਫਿਕੇਟ ਬਣਾ ਕੇ ਦੇ ਦਿਓ ਬੰਦਾ ਮੈਂਟਲੀ ਪ੍ਰਪੇਅਰ ਨਹੀਂ ਹੈ, ਠੀਕ ਨਹੀਂ ਹੈ, ਹੋਸ਼ ਹਵਾਸ ਠੀਕ ਨਹੀਂ, ਉਦੋਂ ਹੀ ਕਹਿੰਦੇ ਆ ਇਹ ਫਿਰ ਪ੍ਰਾਪਰਟੀ ਖਰਾਬ ਕਰੇਗਾ, ਲਾਸ ਕਰੇਗਾ, ਭਾਈ ਇਹਦੇ ਨਾਂ ਤੋਂ ਹਟਾ ਕੇ ਇਹਦੀ ਕਰ ਦਿਓ। ਤੇ ਹੁਣ ਉਹ ਥਿਊਰੀ ਚੱਲ ਰਹੀ ਹੈ, ਕਹਿੰਦੇ ਉਹ ਠੀਕ ਨਹੀਂ ਹੈ ਜੀ, ਜੇ ਉਹ ਠੀਕ ਹੁੰਦੇ ਤੇ ਮੈਂ ਤੁਹਾਨੂੰ ਆ ਕੇ ਕਿਉਂ ਕਹਿੰਦਾ 760 ਦੇ ਦਿਓ। ਕਹਿੰਦੇ ਉਹ ਭੂਤ ਨੇ, ਕਮੜੇ ਨੇ, ਭੂਤ ਪ੍ਰੇਤ ਚਿਮੜਿਆ ਹੋਇਆ, ਮੜੀਆਂ ਮਸਾਣਾ ਵਿੱਚ ਬੈਠੇ ਨੇ। ਨਿਵਾਬ ਸਰੋਣ ਮੈਂ ਸੁਨੰਤ
बैन को अलायो कही सरोज नैनने फकीर को खवायो। ਤੇ ਨਵਾਬ ਸਾਹਿਬ ਆਪਣਾ ਖਹਿੜਾ ਛਡਾਉਣ ਨੂੰ ਫਿਰਦੇ ਆ, ਕਹਿ ਬੈਠੇ ਤੈਨੂੰ ਇਨਸਾਫ ਦੇਾਂਗੇ। ਅਣਜਾਣੇ ਜਿਹੜੇ ਇਹਨਾਂ ਚੋਂ ਨਵਾਬ ਵੀ ਚਲਾਕ ਬੜਾ ਸੀ। ਪਤਾ ਕੀ ਕਹਿੰਦਾ? ਕਹਿੰਦਾ ਕਮਲੇ ਕਦੋਂ ਤੋਂ ਹੋਏ ਆ? ਮੂਲ ਚੰਦ ਨੂੰ ਪੁੱਛਿਆ। ਕਹਿੰਦੇ ਪਿਛਲੇ 3-4 ਮਹੀਨਿਆਂ ਤੋਂ। ਉਹ ਤੋਂ ਪਹਿਲਾਂ ਮਤਲਬ ਠੀਕ ਸੀ, ਜਦੋਂ ਕੰਮ ਕਰਦੇ ਸੀ, ਮੋਦੀ ਖਾਨਾ ਕਰਦੇ ਸੀ, ਠੀਕ। ਜਿਹੜਾ ਬੰਦਾ ਪੈਸੇ ਕਮਾਉਂਦਾ ਠੀਕ ਹੀ ਹੈ। ਜਿੱਦਣੋਂ ਆਪਣੇ ਤੇ ਲਾਉਣ ਲੱਗ ਜੂ ਕਮਲਾ ਹੋ ਜੂ, ਜਿੱਦਣੋਂ ਲੋਕਾਂ ਨੂੰ ਵੰਡਣ ਲੱਗ ਜੂ, ਲੋਕ ਕਹਿੰਦੇ ਬਾਈ ਇਹ ਠੀਕ ਨਹੀਂ ਹੈ ਬੰਦਾ, ਫਾਲਤੂ ਖਰਚੇ ਕਰਦਾ ਹੈ, ਸਿੱਧਾ ਹੋ ਗਿਆ। ਮੂਲ ਚੰਦ ਕਹਿੰਦੇ ਹਾਂਜੀ ਹੁਣ ਥੋੜ੍ਹਿਆਂ ਸਮਿਆਂ ਤੋਂ ਸ਼ਮਸ਼ਾਨ 'ਚ ਬੈਠੇ ਆ, ਦਿਮਾਗੀ ਤੌਰ ਤੇ ਠੀਕ ਨਹੀਂ, ਕੋਈ ਭੂਤ ਪ੍ਰੇਤ ਦਾ ਛਾਇਆ ਹੈ। ਨਵਾਬ ਸਾਹਿਬ ਕਹਿੰਦੇ ਜਦ ਉਹ ਠੀਕ ਸੀ ਉਦੋਂ ਸਾਨੂੰ ਕਹਿ ਕੇ ਗਏ ਸੀ ਵੀ ਇਹ ਪੈਸੇ ਮੇਰੇ ਨਹੀਂ, ਅਕਾਲ ਪੁਰਖ ਕਰਤਾ ਅੱਲਾ ਦੇ ਨੇ, ਖੁਸ਼ੋ ਹਵਾਸ ਵਿੱਚ। ਉਦੋਂ ਬੋਲਿਆ ਉਹਨਾਂ ਨੇ ਵੀ ਇਹ ਸਿਰਫ ਫਕੀਰਾਂ ਨੂੰ ਹੀ ਦੇਣੇ ਨੇ। ਆਖੋ ਸਤਨਾਮ। ਕਿੰਨੀ ਸੋਹਣੀ ਰਾਜਨੀਤੀ ਹੈ। ਗੱਲ ਵੀ ਸਹੀ ਹੈ ਵੀ ਤੁਸੀਂ ਕਹਿੰਦੇ ਹੋ ਅੱਜ ਉਹ ਠੀਕ ਨਹੀਂ ਨੇ, ਜਦ ਠੀਕ ਸੀ ਉਦੋਂ ਦੀ ਤੇ ਹੋਸ਼ ਮੈਟਰ ਕਰਦੀ ਹੈ। ਕਹਿੰਦੇ ਇਸ ਕਰਕੇ ਮਾਫ ਕਰਿਓ ਗੁਸਤਾਖੀ, ਇਹ ਪੈਸੇ ਤੁਹਾਡੇ ਨਹੀਂ ਹੋ ਸਕਦੇ। ਇਹ ਇਮਾਨਤ ਅੱਲਾ ਦੀ ਹੈ, ਖੁਦਾ ਦੀ ਹੈ, ਜਾਂ ਫਿਰ ਫਕੀਰਾਂ ਦੀ ਹੈ। ਨਾਮਾਨ ਆਨ ਥਾਨ ਦਾਮ ਦੇਹੋ ਇਹ ਜਾਣੀਏ ਫਕੀਰ ਬ੍ਰਿੰਦ ਹੋਏ ਤੋ ਖਵਾਏ ਆਪ ਮਾਨੀਏ। ਨਵਾਬ ਸਾਹਿਬ ਨੂੰ ਬੋਲ ਪਏ ਮੂਲ ਚੰਦ। ਸੁਭਾਅ ਤੇ ਤੁਹਾਨੂੰ ਪਤਾ ਫਿਰ ਰੱਬ ਦੀ ਕਿਰਪਾ ਹੀ ਹੈ। ਕਹਿੰਦੇ ਤੈਨੂੰ ਕੀ ਪ੍ਰੋਬਲਮ ਆ, ਤੂੰ ਪੈਸੇ ਕਿਉਂ ਨਹੀਂ ਦਿੰਦਾ? ਜਦ ਪੈਸੇ ਉਹਨਾਂ ਦੇ ਆ, ਹੁਣ ਆਪਣੀ ਥਾਂ ਤੇ ਠੀਕ ਨੇ ਬਈ, ਜਿਹਦੀ ਕਮਾਈ ਉਹਨੂੰ ਦਿਓ, ਜਿਹਦੀ ਤਨਖਾਹ ਹੈ। ਨਵਾਬ ਸਾਹਿਬ ਨੂੰ ਪੈ ਗਏ ਟੁੱਟ ਕੇ। ਕਹਿੰਦੇ ਤੁਸੀਂ ਇਨਸਾਫ ਕਿਉਂ ਨਹੀਂ ਦਿੰਦੇ? ਪੈਸੇ ਤੁਹਾਡੇ ਕੋਲੇ ਨੇ, ਤੁਸੀਂ ਕੀ ਕੀਤਾ ਇਹੋ ਜਿਹਾ ਵੀ ਉਹਨਾਂ ਨੂੰ ਝੱਲੇ ਕਮਲੇ ਬਣਾਤਾ, ਪੈਸੇ ਨਹੀਂ ਦਿੰਦੇ? ਬੜਾ ਕੁਝ ਬੋਲਿਆ ਉਹਨਾਂ ਨੇ। ਨਵਾਬ ਸਾਹਿਬ ਹੱਸ ਕੇ ਆਖਣ ਲੱਗੇ, ਕਹਿੰਦੇ ਮੈਂ ਇਸ ਕਰਕੇ ਨਹੀਂ ਦਿੱਤੇ ਤੇ ਨਾ ਮੈਂ ਦੇਣੇ ਆ। ਮੈਨੂੰ ਗੁਰੂ ਨਾਨਕ ਸਾਹਿਬ ਨੇ ਆਖਿਆ ਸੀ ਤੂੰ ਆਪਣੇ ਈਮਾਨ ਨੂੰ ਯਾਦ ਰੱਖੀ। ਮੈਨੂੰ ਮੇਰੇ ਧਰਮ ਦੀ ਸਹੁੰ ਪਾ ਕੇ ਗਏ ਆ, ਵੇਖੀ ਕਿਤੇ ਨਵਾਬ ਬੇਈਮਾਨ ਨਾ ਹੋ ਜੀ। ਆਖੋ ਸਤਨਾਮ। ਜੇ ਇਹ ਪੈਸੇ ਫਕੀਰਾਂ ਨੂੰ ਨਾ ਦਿੱਤੇ ਨਾ ਦਰਗਾਹ ਵਿੱਚ, ਅੱਲਾ ਨੇ ਤੇਰੇ ਤੋਂ ਲੈਣੇ ਆ। ਕਹਿੰਦਾ ਫਿਰ ਮੈਂ ਕਿਉਂ ਦੇ ਦਿਆਂ? ਮੈਂ ਕਿੱਦਾਂ ਦੇ ਦਿਆਂ? ਪ੍ਰੋਪਰਟੀ ਕਿਸੇ ਦੀ ਹੈ, ਨਾਮ ਕਿਸੇ ਦੇ ਹੈ, ਕੋਈ ਧੱਕਾ ਕਿੱਦਾਂ ਕਰ ਦੂ? ਪੈਸਾ ਕਿਸੇ ਦਾ ਹੈ, ਚੈੱਕ ਕਿਸੇ ਦਾ ਹੈ, ਧੱਕੇ ਨਾਲ ਸਾਈਨ ਕਰਕੇ ਚਲੋ ਗੜਬੜ ਕਰਕੇ ਲੱਗ ਗੱਲ ਹੈ। ਇੱਥੇ ਵੀ ਤੇ ਕਹੀ ਰਹੇ ਕਹਿੰਦੇ ਕਮਲਾ ਆਏ ਉਹ ਸਮਝ ਨਹੀਂ ਹੈ ਕੁਛ। ਮਾਇਆ ਲਈ ਕੋਈ ਕਿਸੇ ਨੂੰ ਕਮਲਾ ਵੀ ਬਣਾ ਸਕਦਾ ਹੈ, ਹੋਵੇ ਨਾ। ਬੜਾ ਕੁਝ ਹੁੰਦਾ ਪੰਜਾਬ ਦੀਆਂ ਧੀਆਂ ਦੇ ਨਾਲ, ਬਹੁਤ ਕੁਝ। ਜਿਹੜੇ NRI ਲੋਕ ਨੇ ਨਾ ਚਲਾਕ ਇਹੀ ਲਿਖਦੇ ਆ, ਠੀਕ ਨਹੀਂ ਹੈ, ਨੇਚਰ ਚੰਗੀ ਨਹੀਂ ਹੈ, ਸੁਭਾਅ ਚੰਗਾ ਨਹੀਂ ਹੈ, ਮਾਨਸਿਕ ਤੌਰ ਤੇ ਤਣਾਅ ਵਿੱਚ ਰਹਿੰਦੀ ਹੈ, ਆਹ ਕੀਤਾ ਉਹ ਕੀਤਾ। ਤੇ ਕਈ ਵਾਰ ਉਹ 420 ਚੱਲ ਜਾਂਦੀ ਹੈ। ਪਰ ਨਵਾਬ ਕਿਉਂ ਨਹੀਂ ਮੰਨਿਆ? ਇਸ ਲਈ ਨਹੀਂ ਮੰਨਿਆ, ਗੁਰੂ ਸਾਹਿਬ ਪੱਕਾ ਕੰਮ ਕਰਕੇ ਗਏ ਹੋਏ, ਪੱਕੀ ਐਪੜੀ ਫਕੀਰਾਂ ਦੇ ਨਾਲ। ਕਹਿੰਦੇ ਅੱਲਾ ਅਕਾਲ ਪੁਰਖ ਪਰਮਾਤਮਾ ਗਵਾਹ ਹੈ, ਤੇਰਾ ਈਮਾਨ ਹੈ ਵਿੱਚ, ਤੂੰ ਸੱਚਾ ਮੁਸਲਮਾਨ ਹੈ, ਇੱਕ ਕੌਡੀ ਇੱਕ ਪੈਸਾ ਵੀ ਤੂੰ ਕਿਸੇ ਨੂੰ ਨਹੀਂ ਦੇਵੇਗਾ। ਫਿਕਸ ਡਿਪੋਜ਼ਿਟ ਹੈ। ਜਦੋਂ ਇਹ ਗੱਲ ਮੂਲ ਚੰਦ ਜੀ ਨੇ ਸੁਣ ਲਈ, ਅੰਦਰੋਂ ਆਸ ਛੱਡ ਗਏ ਵੀ ਇਹ ਤਾਂ ਨਹੀਂ ਦਿੰਦਾ ਪੈਸੇ। ਤੇ ਜਦ ਜੋ ਚਾਹੀਏ ਮਿਲੇ ਨਾ, ਫਿਰ ਕੀ ਕਰਦਾ ਬੰਦਾ? ਤਾਂ ਉਂਗਲਾਂ ਵੱਧ ਘੱਟ ਬੋਲਦਾ, ਧੰਗੜੇ ਲਾਉਂਦਾ। ਮੂਲ ਚੰਦ ਜੀ ਨੇ ਵੇਖਿਆ ਵੀ ਚਲੋ ਤੇ ਜਿਹੜੇ ਗਏ ਸ਼ਮਸ਼ਾਨ ਤੇ ਬੈਠੇ ਰਹਿਣ ਦਿਓ, ਮੈਨੂੰ ਲੱਗਦਾ ਮਿਲਣੇ 760 ਵੀ ਨਹੀਂ। ਆਖੋ ਸਤਨਾਮ। ਨਵਾਬ ਸਿੱਧਾ ਹੀ ਕਹੀ ਜਾਂਦਾ ਵੀ ਫਕੀਰਾਂ ਦਾ ਹਿਸਾਬ ਕਿਤਾਬ ਹੈ, ਜਿੱਦਣ ਇਕੱਠੇ ਹੋ ਗਏ ਮੈਂ ਵੰਡ ਦਿਆਂਗਾ। ਜੋਹੇ ਭੂਰ ਬਾਬਰ ਕੇ ਭੂਤ ਨਾ ਸੋਤਾ ਹੈ ਮੈਂ। ਤੇ ਫੇਰ ਨਵਾਬ ਸਾਹਿਬ ਦੇ ਸਾਹਮਣੇ ਮੂਲ ਚੰਦ ਆਖਣ ਲੱਗੇ, ਕਹਿੰਦੇ ਕਿਹਦੀਆਂ ਗੱਲਾਂ ਦਾ ਭਰੋਸਾ ਕਰਦੇ ਗੁੱਸੇ 'ਚ? ਜਿਹੜਾ ਬਾਬਰਾ ਭੂਤਨਾ ਹੈ। ਆ ਸ਼ਬਦ ਸਤਿਗੁਰਾਂ ਦੇ ਸਹੁਰਾ ਸਾਹਿਬ ਨੇ ਸਭ ਤੋਂ ਪਹਿਲਾਂ ਵਰਤੇ। ਰਿਸ਼ਤੇਦਾਰੀ ਹੈ, ਕਰੀਬੀ ਰਿਸ਼ਤੇਦਾਰੀ। ਮਾੜਾ ਮੋਟਾ ਵੀ ਭੇਦ ਨਹੀਂ ਹੈ, ਮਾੜਾ ਜਾ ਵੀ ਪਛਾਣਿਆ ਨਹੀਂ। ਕਦੇ ਜੈ ਰਾਮ ਜੀ ਤੋਂ ਸੁਣੇ ਸ਼ਬਦ? ਨਹੀਂ। ਸਤਿਗੁਰਾਂ ਦੇ ਸਾਥੀਆਂ ਤੋਂ ਸੁਣੇ, ਪਿਆਰਿਆਂ ਤੋਂ ਨਹੀਂ, ਕਿਉਂਕਿ ਉਹ ਜਾਣਦੇ ਆ ਅਣਜਾਣ ਵਿਅਕਤੀ ਲਈ ਸੋਨਾ ਵੀ ਤੇ ਫਿਰ ਪਿੱਤਲ ਹੀ ਹੋਇਆ। ਪਲੈਟੀਨਮ ਗੋਲਡ ਹੈ, ਚਿੱਟਾ ਸੋਨਾ। ਅਣਜਾਣ ਬੰਦੇ ਵਾਸਤੇ ਤੇ ਉਹ ਕਹਿੰਦਾ ਚਾਂਦੀ ਵਾਈਫਰ ਦਾ ਫੁਗਰੀ ਮਾਰਨਾ ਸੀ ਲੈ ਕੀ ਹੈ। ਪਰ ਜਿਹਨੇ ਪੈਸੇ ਲਾਏ ਉਹਨੂੰ ਪਤਾ ਵੀ ਇਹ ਗੋਲਡ ਤੋਂ ਵੀ ਮਹਿੰਗਾ ਹੈ।
ਉਹ ਤੋਂ ਵੀ ਵੱਧ ਮਹਿੰਗਾ ਹੈ। ਮੂਲ ਚੰਦ ਜੀ ਨੂੰ ਗੁਰੂ ਸਾਹਿਬ ਨੇ ਆਪ ਬਣਾ ਦਿੱਤਾ, ਮਾਇਆ ਪਾ ਦਿੱਤੀ ਆਪਣੀ। ਉਹ ਮਾਇਆ ਪੈ ਗਈ, ਉਹ ਪੈਸਿਆਂ ਪਿੱਛੇ ਲੜੀ ਜਾਂਦੇ ਆ। ਨਵਾਬ ਨੂੰ ਕਹਿੰਦੇ ਜਿਹੜਾ ਆਪ ਝੱਲਾ ਬਾਬਰਾ ਇਹ ਕਿਸੇ ਦੀ ਸੁਣਦਾ ਨਹੀਂ ਮੰਨਦਾ ਨਹੀਂ, ਜਿਹਨੂੰ ਆਪਣੇ ਆਪ ਦਾ ਨਹੀਂ ਪਤਾ ਮੈਂ ਕੀ ਪਹਿਨਣਾ ਕੀ ਖਾਣਾ, ਕੌਣ ਮਿਲਣ ਆਇਆ, ਤੁਸੀਂ ਉਹਦੀਆਂ ਗੱਲਾਂ ਤੇ ਇਤਬਾਰ ਕਰਦੇ ਹੋ, ਉਹਦਾ ਕਿਹਾ ਮੰਨਦੇ ਹੋ। ਸੁਦੀ ਨਾ ਕੋਈ ਕਾਹੇ ਕੀ, ਨਾ ਕੂਰਵਾ ਕਪਰਾਹੇ ਮੈਂ। ਆਖਣ ਲੱਗੇ ਮੈਂ ਝੂਠ ਨਹੀਂ ਬੋਲਦਾ, ਇਹ ਸੱਚ ਹੈ। ਜੇ ਤੁਹਾਨੂੰ ਨਹੀਂ ਯਕੀਨ, ਨਵਾਬ ਸਾਹਿਬ ਕਿਸੇ ਕਾਜੀ ਮੁੱਲਾ ਨੂੰ ਭੇਜ ਕੇ ਵੇਖ ਲਓ, ਪਰਖ ਲਓ, ਤੁਹਾਡੇ ਵੈਦ ਜਾਣ ਹਕੀਮ ਜਾਣ, ਜਾ ਕੇ ਦੇਖ ਲਓ ਉਹਨੂੰ ਸੋਝੀ ਹੈ। ਉਹਨੂੰ ਇਹ ਨਹੀਂ ਪਤਾ ਮੇਰੇ ਕੋਲ ਬੈਠਾ ਕੌਣ ਆ, ਮੈਨੂੰ ਬੁਲਾਉਂਦਾ ਕੌਣ ਆ, ਮੇਰਾ ਰਿਸ਼ਤੇਦਾਰ ਕੌਣ ਹੈ, ਖਾਣਾ ਪੀਣਾ ਕੀ ਹੈ, ਕਿਹਨੂੰ ਕੀ ਕਹਿਣਾ। ਮੂਲ ਚੰਦ ਕਹਿ ਰਹੇ ਆ, ਕੋਈ ਆਮ ਬੰਦਾ ਬਾਹਰ ਦੀ ਗੱਲ ਕਰੇ ਨਾ ਫਿਰ ਗੱਲ ਹੋਰ ਹੁੰਦੀ ਹੈ। ਪਰਿਵਾਰ ਦੇ ਮੈਂਬਰ ਨੇ ਬੋਲ ਦਿੱਤਾ ਉਹਨਾਂ ਨੇ, ਕਹਿੰਦੇ ਪਤਾ ਕਰੋ, ਪਰ ਇੱਕ ਗੱਲ ਚੇਤੇ ਰੱਖਿਓ, ਜੇ 760 ਮੈਨੂੰ ਨਾ ਮਿਲੇ ਮੈਂ ਉੱਠ ਕੇ ਨਹੀਂ ਜਾਣਾ। ਜਾਂ ਤੁਸੀਂ ਸਿੱਧ ਕਰਦੇ ਹੋ ਵੀ ਸੱਚਮੁੱਚ ਉਹ ਠੀਕ ਨਹੀਂ, ਜੇ ਠੀਕ ਨਹੀਂ ਤੇ ਫਰਮਾਇਆ ਦਿਓ, ਠੀਕ ਨਹੀਂ ਤੇ ਫਿਰ ਘਰ ਭੇਜੋ। ਮਤਲਬ ਨਵਾਬ ਵਾਸਤੇ ਚਾਰੇ ਪਾਸੇ ਘੇਰਾ ਪਾ ਕੇ ਮੁਸੀਬਤ ਪਾ ਰਹੇ ਆ ਵੀ ਗੁਰੂ ਨਾਨਕ ਸਾਹਿਬ ਨੂੰ ਡਿਕਲੇਅਰ ਕਰ ਦਿਓ ਵੀ ਜੇ ਤੇ ਕਮਲੇ ਨੇ, ਜੇ ਤੁਸੀਂ ਕਹੋਗੇ ਕਮਲੇ ਆ ਫਿਰ ਤੇ ਪੈਸੇ ਦੇਣੇ ਚਾਹੀਦੇ ਆ, ਫਿਰ ਕਿਉਂ ਤੁਸੀਂ ਰੱਖੋਗੇ ਵੀ ਜੇ ਉਹ ਠੀਕ ਨੇ ਘਰ ਭੇਜੋ। ਦੋਨੇ ਪਾਸੇ ਹੀ ਹੱਥ ਕਿਉਂ ਚਲੇ, ਆਖੋ ਸਤਿਨਾਮ। ਮੂਲ ਚੰਦ ਪਟਵਾਰੀ ਨੇ ਬਹੁਤੀਆਂ ਫਾਈਲਾਂ ਪਟਵਾਰ ਖਾਨੇ ਵਾਲੀਆਂ। ਪਟਵਾਰੀ ਬੜਾ ਤੇਜ਼ ਹੁੰਦਾ ਜੀ, ਜੇ ਉਹ ਚਾਹੇ ਨਾ ਉਹ ਤੇ ਮੁਰਗੇ ਨੂੰ ਵੀ ਕਹਿੰਦਾ ਪੁੱਤ ਤੈਨੂੰ ਪਤਾ ਨਹੀਂ ਪਟਵਾਰੀਆਂ, ਜੇ ਕਿਤੇ ਤੇਰੇ ਕੋਲ ਹੁੰਦਾ ਨਾ ਇੱਕ ਅੱਧਾ ਕੀਲਾ ਮਰਲਾ ਤੋਂ ਮਰਲੇ ਹੁੰਦੇ ਤੈਨੂੰ ਫਿਰ ਪਤਾ ਲੱਗਦਾ ਪੰਗਾ ਪਟਵਾਰੀ ਨਾਲ ਕਿਵੇਂ ਲਈਦਾ। ਸੱਚਮੁੱਚ ਬੜੀਆਂ ਧੁੰਦੀਆਂ ਹੁੰਦੀਆਂ ਇਹਨਾਂ ਕੋਲੇ ਜੀ। ਜੇ ਆਪਣੀ ਆਈ ਤੇ ਆ ਜਾਣ ਨਾ, ਪਰ ਜਿੱਡਾ ਮਰਜ਼ੀ ਕਾਨੂੰਨ ਕਰਵਾ ਦੇ, ਜਿਹੜਾ ਮਰਜ਼ੀ ਆ ਜੇ, ਉਹ ਨਹੀਂ ਪੜ ਸਕਦਾ ਜੇ ਪਟਵਾਰੀ ਵਿਗੜ ਜੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਸਹੁਰਾ ਸਾਹਿਬ ਪਟਵਾਰੀ ਨੇ, ਪਿਤਾ ਜੀ ਵੀ ਪਟਵਾਰੀ ਨੇ, ਪਰ ਸਹੁਰਾ ਸਾਹਿਬ ਚਾਹੁੰਦੇ ਆ ਵੀ 760 ਮੈਂ ਘਰੇ ਲੈ ਜਾ, ਬੱਚਿਆਂ ਨੂੰ ਦੇ ਦਿਆਂ, ਧੀ ਨੂੰ ਦੇ ਦਿਆਂ, ਕਮ ਸੇ ਕਮ ਘਰ ਦਾ ਖਰਚਾ ਤੇ ਚੱਲੇ। ਪਰ ਜੇ ਵੇਖਿਆ ਜਾਏ ਦੁਨਿਆਵੀ ਤੌਰ ਤੇ ਕੁਛ ਵੀ ਮਾੜਾ ਨਹੀਂ ਹੈ, ਸਹੀ ਕਰਦੇ ਆ, ਪਰ ਰੂਹਾਨੀਅਤ ਤੌਰ ਤੇ ਬੜਾ ਗਲਤ ਹੈ। ਉਹਨਾਂ ਪਛਾਣਿਆ ਹੀ ਨਹੀਂ ਗੁਰੂ ਸਾਹਿਬ, ਵੇਖਿਆ ਹੀ ਨਹੀਂ ਉਹ ਕੌਣ ਨੇ, ਕਿਉਂ ਕਰਦੇ ਨੇ ਇਦਾਂ। ਹੁਣ ਸਮੇਂ ਦੇ ਨਵਾਬ ਦੇ ਸਾਹਮਣੇ ਉਹਨਾਂ ਨੇ ਇਹ ਰੱਖ ਦਿੱਤਾ ਵੀ ਜਾ ਤੇ ਪਤਾ ਕਰਾਓ ਉਹ ਕਿਵੇਂ ਹੈ, ਵੈਦ ਭੇਜ ਦਿਓ, ਤਾਂਤਰਿਕ ਭੇਜ ਦਿਓ, ਹਕੀਮ ਭੇਜ ਦਿਓ। ਜੇ ਤੁਸੀਂ ਕਹਿੰਦੇ ਹੋ ਵੀ ਉਹ ਠੀਕ ਨੇ ਫਿਰ ਘਰੇ ਆਉਣ, ਤੁਹਾਡਾ ਮੰਨਣਗੇ, ਮੋਦੀ ਖਾਨਾ ਕਰਨ, ਕਮਾਈ ਕਰਨ। ਆਹ ਕਿਉਂ ਕਰਦੇ ਆ ਸਭ ਕੁਛ। ਜੇ ਉਹ ਠੀਕ ਨਹੀਂ ਤੇ ਫਿਰ ਤੁਸੀਂ ਉਹਨਾਂ ਦੀ ਗੱਲ ਕਿਵੇਂ ਮੰਨ ਸਕਦੇ ਹੋ। 760 ਸਾਨੂੰ ਦਿਓ, ਕਮ ਸੇ ਕਮ ਨਿਆਣੇ ਘਰ ਪਰਿਵਾਰ ਤੇ ਸੁਖੀ ਰਵੇ। ਸਮਾਂ ਸਮਾਪਤ ਹੈ ਜੀ, ਜੋ ਕੁਛ ਵੀ ਹੋ। ਕੱਲ ਸ਼ਾਮ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਨਵੀਂ ਪੋਥੀ ਦੀ ਆਰੰਭਤਾ ਹੋਈ ਹੈ, ਨਵੇਂ ਪ੍ਰਸੰਗ ਨੇ, ਬੜੇ ਰੌਚਕ ਨੇ, ਬੜੇ ਆਨੰਦਮਈ ਨੇ। ਇਹ ਸਾਰੀਆਂ ਖੇਡਾਂ ਮੇਰੇ ਗੁਰੂ ਬਾਬੇ ਦੀਆਂ ਨੇ, ਆਪ ਵਰਤਾਈਆਂ ਹੋਈਆਂ ਨੇ। ਅੱਜ ਤੇ ਤੁਸੀਂ ਕੁਛ ਵੀ ਨਹੀਂ ਸੁਣਿਆ, ਕੱਲ ਨੂੰ ਸੁਣਿਓ ਕੀ ਕੁਝ ਲੋਕਾਂ ਨੇ ਕਹਿਣਾ, ਕੀ ਕੁਝ ਸੋਚ ਵੀ ਨਹੀਂ ਸਕਦੇ ਤੁਸੀਂ। ਗੁਰੂ ਸਾਹਿਬ ਨੇ ਆਪ ਲਿਖਿਆ ਹੋਇਆ। ਆਉਣ ਵਾਲੇ ਸਮੇਂ ਵਿੱਚ ਜਿਵੇਂ ਸਤਿਗੁਰ ਦੀ ਰਹਿਮਤ ਦਇਆ ਹੋਏਗੀ, ਜੁੜ ਕੇ ਆਪਾਂ ਸਾਰਿਆਂ ਨੇ ਆਨੰਦ ਮਾਣਨਾ ਹੈ। ਸੋ ਇਸ